गुरमत की कैसी सोच है जिहदे अपनी निजी सोच खत्म हो जाती, किसी को दिक्कत नहीं है, ये तो इतराज नहीं है चलन ते। बस कितना रौला हो, कितना झगड़ा हो, सच ते आ जाए दो तरह जदे राजीनामा हो जाए। जिन्ना चर बेईमानी उन्ना चर रौला। ईमानदार इत्थे ईमान की गल है, बेईमानी की गल है। किते भी टकराव खत्म तंग किया जा सकता है। दूए पासे विद्वान की कह रहे हैं अज झगड़ा किहड़ी गल है कि जी दोहां की मननी चाहिए, दोए सोचां रहनियां चाहिए, कलेश मुक्के नहीं सकता, कलेश बदलणगे। ये विद्वानों की गल है, तो कलेश बढ़ाने वाली गल है। और कलेश बदलने का कारण भी यही महसूस कर लिया सियाणिਆਂ ने भी, पर उन्होंने ये नहीं पता भी धर्म की हुंदा। ये तो बदलणगे कलेश। ना आदमी अपनी मर्जी करे, ना औरत अपनी मर्जी करे। आ एक स्टैंडर्ड की जिहड़ी सोच है, एक बिल्कुल फिक्स लाइन है। जिवें रेल है साडी लाइन है, फिक्स है। किते दी गड्डी आ जाए, ट्रेन आ जाए, लग जूगी। तो बिल्कुल नबी तो ली हुई है, वो नबी तो ली है, नबे तो लो। ये नबी तो ली हुई गल ते आके ही, इस मार्ग ते आके ही सारे इकट्ठे हो सकते हैं। जिते अपनी अपनी रहू उत्थे मूर्ख ने। 100 सियाणे हिकमत कहते मूर्ख आपो अपनी। ਜਿਹੜੇ ਆਪੋ ਆਪਣੀ ਮਤ ਦਾ ਪ੍ਰਚਾਰ ਕਹਿੰਦੇ ਨੇ ਹੋਣਾ ਚਾਹੀਦਾ, ਜਿਹੜੇ ਲੋਕ ਕਹਿੰਦੇ ਨੇ ਡਿਫਰੈਂਸਿਸ ਰਹਿਣਗੇ, ਉਹ ਸਾਰੇ ਮੂਰਖ ਨੇ। ਚਾਹੇ ਉਹ ਸੁਪਰੀਮ ਕੋਰਟ ਦੇ ਜੱਜ ਵੀ ਹੋਣ, ਗੁਰਬਾਣੀ ਦੀ ਜਗ੍ਹਾ 'ਚੋਂ ਮੂਰਖ ਨੇ। ਉਹ ਦੁਨੀਆ ਦਾ ਰੌਲਾ, ਦੁਨੀਆ 'ਚ ਸ਼ਾਂਤੀ ਪੈਦਾ ਨਹੀਂ ਕਰ ਸਕਦੇ, ਕਾਇਮ ਨਹੀਂ ਕਰ ਸਕਦੇ। ਜਿਹੜੇ ਦੁਨੀਆ 'ਚ ਸ਼ਾਂਤੀ ਕਾਇਮ ਨਹੀਂ ਕਰ ਸਕਦੇ, ਉਹ ਸਿਆਣੇ ਨਹੀਂ ਹਨ। और उन्होंने ड्यूटी था शांति कायम करनी, करन जोगी अकल नहीं उन्होंने कोल, करन दी समझ नहीं। ये तो सानू पता है डिफरेंस है लोगों के विच, मतां च हुंदे ही ने। इसे करके तो सचखंड जो इत्थे धक्किया सानू सटिया भी दफा होवो, उत्थे लड़ी जाओ जाके। इत्थे लड़ांगे, इत्थे अतवाद फिर लड़ाई हुई है, फिर दुखी काहदे हुंदे ने? अपनी मर्जी करते हैं, फिर कहीं दुखी होंगे नहीं। ਜਦੋਂ ਕਹਿੰਦੇ ਨੇ ਆਪਣੀ ਆਪਣੀ ਮਰਜ਼ੀ ਸਾਰੇ ਕਰਨ, ਔਰਤਾਂ ਕਰਨ, ਆਦਮੀ ਕਰਨ, ਫਿਰ ਅੱਤਵਾਦੀ ਨਾਲ ਆਪਣੀ ਮਰਜ਼ੀ ਕਰਦੇ ਨੇ, ਕਿਉਂ ਦੁਖੀ ਨੇ? ਇੱਕ ਪਾਸੇ ਤਾਂ ਟੈਲੀਵਿਜ਼ਨ ਵਾਲੇ ਪ੍ਰਚਾਰ ਕਰਦੇ ਨੇ ਹਰ ਇੱਕ ਨੂੰ ਆਪਣੀ ਮਰਜ਼ੀ ਨਾਲ ਜਿਉਣ ਦਾ ਹੁਕਮ ਹੈ, ਉਹ ਆਪਣੀ ਮਰਜ਼ੀ ਨਾਲ ਜਿਉਂਦੇ ਨੇ ਅੱਤਵਾਦੀ। ਤੁਸੀਂ ਕਾਹ ਦੁਖੀ ਹੁੰਦੇ ਹੋ? ਮਰਨਗੇ ਵੀ ਤੁਹਾਨੂੰ। ਜਾਂ ਫਿਰ ਕਹੋ ਵੀ ਇਹ ਗਲਤ ਹੈ ਆਪਣੀ ਮਰਜ਼ੀ ਨਾਲ ਜਿਉਣਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਮਰਜ਼ੀ ਨਾਲ ਜੋੜਦਾ, ਸਭ ਨੂੰ ਹੱਕ ਆ, ਦੂਏ ਪਾਸੇ ਉਹਨਾਂ ਦੀ ਮਰਜ਼ੀ ਇਹ ਅੱਤਵਾਦ ਹੈ। ਤੁਸੀਂ ਦੱਸੋ ਤੁਹਾਨੂੰ ਕੀ ਤਕਲੀਫ ਹੈ? ਉਹ ਤੁਹਾਨੂੰ ਮਾਰਨਗੇ ਵੀ, ਆ ਮਰਨਗੇ ਵੀ। ਇਹਨਾਂ ਨੂੰ ਇਹ ਨਹੀਂ ਪਤਾ ਅਸੀਂ ਗੱਲ ਕਹਿ ਕੇ ਕੀ ਛੂਟ ਦੇ ਰਹੇ ਹਾਂ ਕਿ ਇਹਨਾਂ ਨੂੰ। ਤੁਹਾਨੂੰ ਤਾਂ ਅਖਤਿਆਰ ਆਪਣੀ ਮਰਜ਼ੀ ਨਾਲ ਜੋੜਦੀ, ਉਹਨਾਂ ਨੂੰ ਕੋਈ ਅਖਤਿਆਰ ਨਹੀਂ। ਇੱਕ ਆਦਮੀ ਕਹਿੰਦਾ ਮੈਂ ਤਾਂ ਫੀਮ ਖਾਊਂਗਾ, ਮੈਂ ਤਾਂ ਨਸ਼ੇ ਕਰੂੰਗਾ, ਉਹਨਾਂ ਤੇ ਬੈਨ ਕਿਉਂ ਹੈ? ਉਹਨੇ ਤਾਂ ਕਾਹਦਾ ਬੈਨ ਹੈ? ਸਰਕਾਰ ਕਾਹਦੇ ਕਹਿੰਦੀ ਡੋਡੇ ਨਹੀਂ ਬੀਜਣ ਦੇਣੇ, ਉਹਨਾਂ ਨੂੰ ਆਪਣੀ ਮਰਜ਼ੀ ਨਾਲ ਜੋੜਨ ਦਾ ਅਖਤਿਆਰ ਨਹੀਂ। ਸਾਰੀ ਉਥਲ ਪੁਥਲ ਹੋ ਜੂਗੀ। ਇੱਕ ਸੀਮਤ ਗੱਲ ਨੂੰ ਲੈ ਕੇ ਤਾਂ ਕਹਿੰਦੇ ਨੇ ਮਰਜ਼ੀ ਹੈ, ਬਾਕੀਆਂ ਨੂੰ ਕੋਈ ਮਰਜ਼ੀ ਨਹੀਂ ਹੈ। ਕਿੱਡੇ ਸਿਆਣੇ ਨੇ ਜਿਹੜੇ ਗੱਲ ਕਹਿੰਦੇ ਨੇ ਆਪਣੀ ਮਰਜ਼ੀ ਦਾ? ਕਿੰਨੇ ਸਿਆਣੇ ਨੇ? ਅਸਲ 'ਚ ਆਪਣੇ ਜਿਹੜਾ ਖਿਆਲ ਹੈ ਉਹਨੂੰ ਪ੍ਰੋਜੈਕਟ ਕਰ ਰਹੇ ਵੀ ਸਾਡੇ ਵਾਲਾ ਖਿਆਲ ਠੀਕ ਹੈ, ਬਾਕੀਆਂ ਦੀ ਮਰਜ਼ੀ ਕੋਈ ਨਹੀਂ ਚੱਲੂ। ਆਪਣੇ ਖਿਆਲ ਨੂੰ ਦੁਨੀਆ 'ਤੇ ਲਾਗੂ ਕਰਦਾ ਹਰ ਕੋਈ ਆਦਮੀ। ਜੇ ਤੁਹਾਡੀ ਮਰਜ਼ੀ ਹੈ ਤੇ ਉਹਨਾਂ ਦੀ ਵੀ ਮਰਜ਼ੀ ਹੈ, ਕੋਈ ਕਿਸੇ ਹੋਰ ਦੀ ਹੋਰ ਕੋਈ ਮਰਜ਼ੀ ਹੈ, ਕਿਸੇ ਦੀ ਕੋਈ ਮਰਜ਼ੀ ਹੈ, ਫਿਰ ਕੀ ਹੈ? ਜੰਗਲ ਰਾਜ ਹੈ, ਕੋਈ ਕਾਨੂੰਨ ਨਹੀਂ ਰਹਿੰਦਾ। ਫਿਰ ਉੱਥੇ ਕਾਨੂੰਨ ਕਾਹਦਾ ਹੋ ਗਿਆ? ਫਿਰ ਮਰਜ਼ੀ ਹੋਈ ਤਾਂ ਕਾਨੂੰਨ ਕੀ ਹੋ ਗਿਆ? ਸਰਕਾਰ ਕਾਹਦੀ ਰਹਿ ਗਈ ਉੱਥੇ? ਨਿਯੰਤਰਣ ਕਿਹਦਾ ਰਿਹਾ ਉੱਥੇ? ਕਿਸੇ ਦਾ ਵੀ।
ਇੱਥੇ ਆ ਕੇ ਖੇਡ ਫਸ ਗਈ। ਮੂਰਖਾਂ ਦੇ ਹੱਥ ਵਿਦਵਾਨ, ਜੋ ਗੱਲ ਵਿਦਵਾਨਾਂ ਦੇ ਹੱਥ ਚਲੀ ਜਾਊਗੀ ਜਦੇ ਦੁਨੀਆ ਦਾ ਨਾਸ ਹੋ ਜਾਊਗਾ। ਵਿਦਵਾਨ ਬੁੱਧੀਹੀਨ ਹੁੰਦੇ ਨੇ। ਜਿੱਥੇ ਤੱਕ ਵਿਦਿਆ ਬੁੱਧੀ ਪੂਰੀ ਬੁੱਧ ਨਹੀਂ ਹੁੰਦੀ, ਪੂਰੀ ਬੁੱਧ ਨਹੀਂ ਹੁੰਦੀ। ਜਿੱਦਣ ਪੂਰੀ ਬੁੱਧ ਆ ਜਾਂਦੀ ਹੈ, ਜਿੱਥੇ ਪੂਰੀ ਬੁੱਧ ਹੈ, ਉਹ ਬਿਲਕੁਲ ਇਨਸਾਫ ਦੇ ਨੇੜੇ ਚਲਾ ਜਾਂਦਾ। ਜਿਹੜਾ ਜਿੰਨਾ ਸਿਆਣਾ ਆਦਮੀ ਹੋਊਗਾ ਉਹਨਾਂ ਇਨਸਾਫ ਕਰਨ ਦੇਣ ਦੀ ਸ਼ਕਤੀ ਉਹ ਜ਼ਿਆਦਾ ਹੁੰਦੀ ਹੈ, ਓਡਾ ਹੀ ਬੜਾ ਉਹ ਦਿਮਾਗਦਾਰ ਜੱਜ ਬਣ ਜਾਂਦਾ। ਜੇ ਕੋਈ ਰੂਲਿੰਗ ਦਿੰਦਾ ਉਹ 'ਚ ਕੋਈ ਗੁੰਜਾਇਸ਼ ਨਹੀਂ ਹੁੰਦੀ ਕਿਸੇ ਨੂੰ ਟਿੱਪਣੀ ਕਰਨ ਦੀ ਕਿਸੇ ਦੀ। ਗੁਰਬਾਣੀ ਨੇ ਜੋ ਰੂਲਿੰਗਾਂ ਦਿੱਤੀਆਂ ਹੋਈਆਂ ਨੇ, ਕੋਈ ਟਿੱਪਣੀ ਕਰਨ ਵਾਲਾ ਜੰਮਿਆ ਨਹੀਂ ਇਹਦੇ 'ਚ। ਇੱਕ ਉਹ ਸਟੈਂਡਰਡ ਦੀ ਬੁੱਧੀ ਹੈ ਜਿੱਥੇ ਜਾ ਕੇ ਸੰਸਾਰੀ ਬੁੱਧੀ ਸਟਿਲ ਹੋ ਜਾਂਦੀ ਹੈ, ਅੱਗੇ ਜਾਣ ਦੀ ਲੋੜ ਨਹੀਂ ਹੈ। ਗੁਰਬਾਣੀ ਦਾ ਇਹ ਗਿਆਨ ਇੰਨੀ ਉੱਚੀ ਅਵਸਥਾ ਦਾ ਹੈ ਕਿ ਇਹ ਤੋਂ ਉੱਚੀ ਅਵਸਥਾ ਸੰਸਾਰ 'ਚ ਲੋੜ ਨਹੀਂ ਹੈ। ਸੰਸਾਰ 'ਚ ਲੋੜ ਨਹੀਂ ਹੈ। ਸੰਸਾਰ ਕਿਵੇਂ ਚਲਾਉਣਾ, ਇਹ ਸੰਸਾਰ ਨੂੰ ਲੋੜ ਨਹੀਂ ਹੈ। ਚਲਾਉਣ ਵਾਲੇ ਹੋਰ ਬੈਠੇ ਨੇ। ਪਰ ਸੰਸਾਰ ਉਹ ਚੀਜ਼ ਚਾਹੁੰਦਾ, ਸੰਸਾਰ ਕਿਵੇਂ ਚਲਾਉਣਾ ਮੇਰੇ ਹੱਥ 'ਚ ਹੋਵੇ। ਇਹ ਰੌਲਾ ਹੈ ਗੱਲ ਦਾ। ਸੰਸਾਰ ਕਿਵੇਂ ਚਲਾਉਣਾ ਹੈ, ਇਹ ਬੁੱਧੀ, ਵਿਵੇਕ ਬੁੱਧੀ ਹੀ, ਪਰਮੇਸ਼ਰ ਦੀ ਬੁੱਧੀ ਹੀ ਇਹ ਦੱਸੂਗੀ ਸੰਸਾਰ ਕਿਵੇਂ ਚਲਾਉਣਾ ਹੈ, ਸੰਸਾਰ ਨਾਲ ਕਿਵੇਂ ਵਰਤਣਾ ਹੈ, ਸੰਸਾਰ ਨੂੰ ਕਿੱਧਰ ਨੂੰ ਲੈ ਕੇ ਜਾਣਾ ਹੈ, ਇਹ ਜੀਵ ਕੀ ਕਰਨ ਆਏ ਨੇ, ਇਹਨਾਂ ਦਾ ਭਲਾ ਕਿਹੜੀ ਚੀਜ਼ 'ਚ ਹੈ। ਕੌਣ ਲੋਕ ਨੇ ਜਿਹੜੇ ਇਹਨਾਂ ਦਾ ਭਲਾ ਨਹੀਂ ਹੋਣ ਦਿੰਦੇ, ਕੌਣ ਲੋਕ ਨੇ ਜਿਹੜੇ ਗੜਬੜ ਕਰ ਰਹੇ ਨੇ, ਕਿਉਂ ਗੜਬੜ ਹੋ ਰਹੀ ਹੈ। ਇਹ ਸਭ ਗੱਲਾਂ ਡਿਸਕਸ ਬਾਣੀ 'ਚ ਕੀਤੀਆਂ ਹੋਈਆਂ। ਗੁਰਬਾਣੀ 'ਚ ਹੋਰ ਕੀ ਕੀਤਾ ਹੈ। ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਜਿਹੜੇ ਠੱਗ ਹੁੰਦੇ ਨੇ, ਠੱਗਾਂ ਖਾਤਰ ਕਾਨੂੰਨ ਨਹੀਂ ਬਣੇ ਹੋਏ, ਠੱਗਾਂ ਖਾਤਰ ਥਾਣੇਦਾਰ ਨਹੀਂ ਬਣੇ ਹੋਏ। ਇਹ ਧਾਰਮਿਕ ਠੱਗ ਨੇ। ਧਰਮ ਦੀ ਨਿਗਾਹ ਜਿਹੜੇ ਠੱਗ ਨੇ ਉਹ ਸੰਸਾਰ ਨੂੰ ਸਿੱਧੇ ਰਸਤੇ ਚੱਲਣ ਨਹੀਂ ਦਿੰਦੇ। ਜਿਉਂ ਤੂੰ ਚਲਾਏ ਤਿਵੇਂ ਚੱਲਾਂ ਸੁਆਮੀ, ਇਹਦੇ 'ਚ ਵਾਧਾ ਇਹ ਖੜੇ ਨੇ ਸੰਸਾਰ, ਇਹ ਜਿਹੜੇ ਠੱਗ ਨੇ। ਸਾਰਿਆਂ ਨੂੰ ਕਹਿਣਾ ਚਾਹੀਦਾ ਜਿਵੇਂ ਜਿਉਂ ਤੂੰ ਚਲਾਏ ਤਿਵੇਂ ਚੱਲਾਂ ਸੁਆਮੀ। ਸੁਆਮੀ ਤਾਂ ਆਪ ਬਣ ਗਏ। ਉਹ ਕਹਿੰਦੇ ਸੁਆਮੀ ਅਸੀਂ ਹਾਂ, ਹੁਣ ਚੱਲੋ ਜਿਵੇਂ ਅਸੀਂ ਕਹਿੰਦੇ। ਇਹਨੂੰ ਕਹਿੰਦੇ ਨੇ ਸਾਕਤ, ਸ਼ਰੀਕ ਖੁਦਾ। ਇਹ ਹੈ ਸਾਕਤ, ਇਹ ਸ਼ਰੀਕ ਖੁਦਾ ਹੈ। ਸਮਝੇ, ਸਾਕਤਾਂ ਦੀਆਂ ਮੱਤਾਂ ਨੇ ਜਿੰਨੀਆਂ ਮਨਮੱਤਾਂ ਨੇ। ਇਹ ਕੱਲੀ ਮੱਤ ਮਨਮੱਤ ਨਹੀਂ ਹੈ, ਇਹ ਗੁਰਮੱਤ ਹੈ, ਅੰਤਰਾਤਮਾ ਦੀ ਆਵਾਜ਼ ਹੈ। ਇਸ ਕਰਕੇ ਕਿਉਂਕਿ ਅੰਤਰਾਤਮਾ ਦੀ ਆਵਾਜ਼ ਹੈ, ਇਹਦੇ ਨਾਲ ਸਾਰੇ ਸਹਿਮਤ ਹੋ ਸਕਦੇ ਨੇ। ਪਰ ਜੇ ਇਹਦਾ ਸਹੀ ਸਮਝ ਲਈਏ, ਇਹਨੂੰ ਸਹੀ, ਜੇ ਇਹਦੇ ਅਰਥ ਗਲਤ ਕਰ ਲਈਏ, ਹੋ ਕੀ ਰਿਹਾ, ਆਪਣੀਆਂ ਆਪਣੀਆਂ ਮੱਤਾਂ ਅਨੁਸਾਰ ਇਹਨੂੰ ਅਰਥਾ ਰਹੇ ਨੇ। ਆਪਣੀ ਆਪਣੀ ਮੱਤ ਨੂੰ ਜਸਟੀਫਾਈ ਕਰਨ ਖਾਤਰ ਸਾਡੀ ਉਹ ਮੱਤ ਠੀਕ ਹੈ, ਇਹਦੇ ਅਰਥ ਗਲਤ ਕੱਢ ਰਹੇ ਨੇ। ਪਰ ਇਹ ਕਿਸੇ ਨੂੰ ਜਸਟੀਫਾਈ ਨਹੀਂ ਕਰ ਰਹੀ। ਇਹ ਮੱਤ ਕਿਸੇ ਦੂਜੀ ਮੱਤ ਨੂੰ ਜਸਟੀਫਾਈ ਨਹੀਂ ਕਰ ਰਹੀ। ਇਹ ਆਪਣੀ ਇੱਕ ਨਿਆਰੀ ਮੱਤ ਹੈ, ਨਿਆਰੀ ਗੱਲ ਹੈ, ਨਿਆਰਾ ਖਾਲਸਾ ਹੈ, ਨਿਆਰੀ ਸੋਚ ਹੈ। ਨੌ ਨੇ ਦਾ ਨਵਾਂ ਖਜ਼ਾਨਾ। ਨੌ ਨੇ ਦਾ ਮਤਲਬ 9 ਨਹੀਂ ਹੈ, 9 ਦਾ ਵੀ ਅਰਥ 9 ਨਹੀਂ ਹੈ। ਇਹਨਾਂ ਨੇ 9 ਲਾ ਲਿਆ। ਨੌਦਾ ਭਗਤੀ ਹੈ, ਨਵੀਂ ਭਗਤੀ ਹੈ। 9 ਕਿਸਮ ਦੀ ਭਗਤੀ ਨਹੀਂ ਹੁੰਦੀ, ਭਗਤੀ ਇੱਕੋ ਕਿਸਮ ਦੀ ਹੁੰਦੀ ਹੈ। ਗੁਰ ਕੀ ਮਤ ਤੂੰ ਲੈ ਹੋਏ ਆਣੇ, ਭਗਤੀ ਬਿਨਾਂ ਉਹ ਡੁੱਬੇ ਸਾਣੇ। ਭਗਤੀ ਇੱਕ ਬਚਨ ਹੈ। ਗੁਰ ਕੀ ਮਤ ਲੈਣਾ ਹੀ ਭਗਤੀ ਹੈ, ਹੋਰ ਕੋਈ ਭਗਤੀ ਨਹੀਂ ਹੈ। ਜਪ ਤਪ ਤਾਂ ਸਾਰੇ ਕੱਟੇ ਹੋਏ ਨੇ। ਕਿਆ ਜਪ, ਕਿਆ ਤਪ, ਕਿਆ व्रत पूजा, ਜਾ ਕੇ ਰੇ ਦੇ ਭਾਉ ਹੈ ਦੂਜਾ। ਮੈਂ ਕੀਏ ਕਰਮ ਅਨੇਕਾ, ਹਰ ਪਰਿਓ ਸੁਆਮੀ ਕੇ ਦੁਆਰੇ ਦੀਜਾ ਬੁੱਧ ਵਿਵੇਕਾ। ਸਿਰਫ ਵਿਵੇਕ ਬੁੱਧੀ ਇਕੱਲੀ ਹੀ ਜਿਹੜੀ ਹੈ ਗੁਰਮਤ, ਗੁਰਮਤ ਦੀ ਸੋਝੀ ਵਿਵੇਕ ਬੁੱਧੀ ਹੈ। ਜਿੰਨਾ ਚਿਰ ਬੁੱਧੀ ਡਿਵੈਲਪ ਹੋ ਕੇ ਵਿਵੇਕ ਬੁੱਧੀ ਨਹੀਂ ਬਣ ਜਾਂਦੀ, ਉਹਨਾਂ ਚਿਰ
ਗੱਲ ਸੁਲਝਦੀ ਹੈ ਉਹ ਨਹੀਂ ਉਲਝੀ ਤਾਣੀ ਰਹੂਗੀ। ਧਰਮ ਦੀ ਤਾਣੀ ਉਲਝੀ ਹੋਈ ਹੈ। ਅਵਿਵੇਕ ਬੁੱਧੀ ਨੇ ਉਹ ਦਸਮ ਗ੍ਰੰਥ ਦੇ ਵਿੱਚ ਅਵਿਵੇਕ ਔਰ ਵਿਵੇਕ ਦੀ ਲੜਾਈ ਦਿਖਾਈ। ਇੱਕ ਪਾਸੇ ਅਵਿਵੇਕ ਰਾਜਾ, ਇੱਕ ਪਾਸੇ ਵਿਵੇਕ ਰਾਜਾ, ਉਹ ਦੋਹਾਂ ਦੀ ਲੜਾਈ ਦਿਖਾਈ। ਇੱਕ ਪਾਸੇ ਭਰਮ ਗਿਆਨ ਹੈ। ਅਵਿਵੇਕ ਕੀ ਹੁੰਦਾ? ਭਰਮ ਗਿਆਨ, ਮਾਹੇ ਲਿਖੇ ਭਰਮ ਗਿਆਨੀ। ਇੱਕ ਪਾਸੇ ਬ੍ਰਹਮ ਗਿਆਨ, ਆਤਮ ਗਿਆਨ। ਦੋਹਾਂ ਦੀ ਲੜਾਈ ਦਿਖਾਈ ਹੋਈ। ਦੋਹਾਂ ਦੇ ਹਥਿਆਰ ਦਿਖਾਏ ਨੇ, ਦੋਹਾਂ ਦੇ ਵਾਹਣ ਦਿਖਾਏ ਨੇ, ਦੋਹਾਂ ਦੇ ਵਾਰ ਦਿਖਾਏ ਨੇ, ਦੋਹਾਂ ਦਾ ਰੰਗ ਦਿਖਾਇਆ, ਦੋਹਾਂ ਦਾ ਰੂਪ ਦਿਖਾਇਆ। ਉੱਥੇ ਵਿਵੇਕ ਅਵਿਵੇਕ ਦੀ ਲੜਾਈ ਹੈ। ਚੰਡੀ ਚਰਿੱਤਰ 'ਚ ਵੀ ਉਹੀ ਹੈ, ਉਹੀ ਲੜਦੇ ਨੇ ਆ ਕੇ। ਉਹਨਾਂ ਦੇ ਨਾਂ ਰੱਖੇ ਹੋਏ ਨੇ। ਜਿਵੇਂ ਧੂਮਰ ਲੈਣ, ਧੂਮਰ ਲੈਣ ਕੀ ਹੁੰਦਾ? ਅੱਖ ਦੇ ਵਿੱਚ ਜਿਹੜਾ ਜਾਲਾ ਪੈ ਜਾਂਦਾ ਨਾ, ਕਹਿੰਦਾ ਧੂੰਆਂ, ਪਹਿਲਾਂ ਧੂੰਆਂ ਜਿਹਾ ਪੈਂਦਾ ਅੱਖ 'ਚ, ਉਹਨੂੰ ਧੂਮਰ ਲੈਣ ਕਿਹਾ। ਅੱਖ ਦੀ ਨਿਗਾਹ ਘਟਾ ਦਿੰਦਾ, ਧੁੰਦਲਾ ਜਿਹਾ। ਉਹ ਹੌਲੀ 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 ਪੜਦਾ ਬਣ ਕੇ ਫਿਰ ਉਹ ਆਪਣਾ ਮੋਤੀਆ ਬਣ ਜਾਂਦਾ, ਮੋਤੀਆ ਬਿੰਦ ਬਣ ਜਾਂਦੀ ਹੈ। ਅੱਖ ਦੀ ਨਿਗਾਹ ਖਤਮ ਕਰ ਦਿੰਦਾ। ਇਹ ਜਿਹੜਾ ਭਰਮ ਗਿਆਨ ਹੈ ਹੌਲੀ ਹੌਲੀ ਭਰਮ ਪਾਉਂਦਾ ਪਾਉਂਦਾ ਨਿਗਾਹ ਬਿਲਕੁਲ ਨਾ ਕਰ ਦਿੰਦਾ। ਹਰ ਲਫ਼ਜ਼ ਦਾ ਕੋਈ ਅਰਥ ਹੁੰਦਾ ਪਿੱਛੇ। ਹੁਣ ਉਹਨਾਂ ਨੂੰ ਅਰਥ ਦੇਣੇ ਨੇ ਉਹਨਾਂ ਲਫ਼ਜ਼ਾਂ ਨੂੰ। ਧੂਮਰ ਲੈਣ ਕੌਣ ਹੈ? ਰਕਤ ਬੀਜ ਕੌਣ ਹੈ? ਅਗਿਆਨਤਾ ਧੂਮਰ ਲੈਣ। ਅਗਿਆਨ ਜਿਹੜਾ ਹੈਗਾ, ਜਿਹੜਾ ਭਰਮ ਹੈ ਰਕਤ ਬੀਜ ਹੈ। ਭਰਮ ਇੱਕ ਇੰਨਾ ਖੋਜ ਵੇ ਐਡਾ ਬਸ ਰੂਪ ਧਾਰਨ ਕਰ ਲੈਂਦਾ। ਇੱਕ ਪੰਕਤੀ ਦਾ ਤੁਹਾਨੂੰ ਭਰਮ ਪੈ ਜਾ, ਸਾਰੀ ਗੁਰਬਾਣੀ ਦੇ ਸ਼ੱਕ ਪੈਦਾ ਹੋ ਜਾਂਦੀ ਹੈ। ਇੱਕ ਪੰਕਤੀ ਦੇ ਸ਼ੱਕ ਪੈ ਜਾ, ਸਾਰੀ ਗੁਰਬਾਣੀ ਦੇ ਸ਼ੰਕਾ ਖੜੀ ਹੋ ਜਾਂਦੀ ਹੈ। ਇੱਕ ਬੂੰਦ ਤੋਂ ਉੱਡਾ ਹੀ ਰਾਖਸ਼ ਪੈਦਾ ਹੋ ਜਾਂਦਾ। ਸਿਰ ਨੂੰ ਵੈਲਿਊ ਦੇਣੀ ਪਊਗੀ। ਇਹਦੇ ਅਰਥ ਕੀ ਬਣਦੇ, ਹੋਰ ਕੁਝ ਨਹੀਂ ਹੈ। ਬਾਕੀ ਠੀਕ ਹੈ। ਆਜ ਵਿੱਚ ਵੀ ਨੋ ਆਏ ਹੋਏ ਨੇ ਰਕਤ ਬੀਜ ਦੇ, ਉਹ ਸਾਰਿਆਂ ਦੇ ਨਹੀਂ। ਆਦ ਵਿੱਚ ਕਿਉਂ ਆਉਂਦੇ? ਮਾਤਾ ਭੈਣ ਸਾਹਿਬ। ਹਾਂ, ਜਦੋਂ ਕਬੀਰ ਨੇ ਕਿਹਾ ਸੀ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਚਲੋ ਬ੍ਰਹਮ ਗਿਆਨ ਦੀ ਰਾਮ ਨਾਮ ਦੀ ਡੈਫੀਨੇਸ਼ਨ ਦੇਤੀ। ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਜੋ ਬ੍ਰਹਮ ਗਿਆਨ ਹੈ ਉਹਦੇ ਵਾਸਤੇ ਮੈਂ ਰਾਜਾ ਰਾਮ ਨਾਮ ਉਹਦੇ ਵਾਸਤੇ ਵਰਤ ਰਿਹਾ ਲਫ਼ਜ਼। ਮਤ ਕੋਈ ਦਸ਼ਰਥ ਦੇ ਮੁੰਡੇ ਵਾਸਤੇ ਮੰਨੇ। ਫਿਰ ਫਰਕ ਕੀ ਰਹਿ ਗਿਆ ਸੀ? ਫਿਰ ਸ਼ੰਕਾ ਕਿਹੜੀ ਗੱਲ ਦੀ ਰਹਿ ਗਈ ਸੀ? ਨਾਮ ਤਾਂ ਦੀਵਾ ਹੈ, ਨਾਮ ਤਾਂ ਚਾਨਣ ਕਰਨ ਵਾਲੀ ਚੀਜ਼ ਹੈ। ਤੇ ਗਿਆਨ ਤੇ ਵੱਧ ਚਾਨਣ ਕੌਣ ਕਰੂ? ਗਿਆਨ ਦੇ ਵੱਧ ਚਾਨਣ ਕੌਣ ਕਰੂ? ਆਤਮਾ ਬਾਰੇ ਚਾਨਣ ਕੌਣ ਕਰੂ? ਆਪਣੇ ਬਾਰੇ ਨਿਰਾਕਾਰ, ਆਪਣੀ ਦੇਹੀ ਬਾਰੇ ਚਾਨਣ ਕੌਣ ਕਰੂ? ਆਤਮ ਗਿਆਨ ਦਾ ਮਤਲਬ ਹੈ ਆਪਣੀ ਨਿਰਾਕਾਰ ਦੇਹੀ ਬਾਰੇ ਚਾਨਣ ਰੋਸ਼ਨੀ ਪਾਉਣ ਵਾਲਾ ਗਿਆਨ। ਦੁਨੀਆ ਦੀ ਮੈਟਰ ਵਾਸਤੇ ਰੋਸ਼ਨੀ ਪਾਉਣ ਵਾਲੇ ਗਿਆਨ ਬਹੁਤ ਨੇ ਬਾਹਰ। ਹੋਰ ਆਤਮ ਗਿਆਨ ਨਹੀਂ, ਹੁਣ ਮਾਇਆ ਦੇ ਗਿਆਨ ਨੇ। ਉਹ ਸੰਸਾਰੀ ਬੁੱਧੀ ਖੋਜ ਕਰਦੀ ਹੈ ਉਹਦੀ ਜੋ ਕੁਛ ਹੈ। ਸਾਡੀ ਅੱਖਾਂ ਦੀ ਦੇਖਣ ਚਾਹੁੰਦਾ ਹੈ, ਕੰਨਾਂ ਦੀ ਪਕੜ ਚਾਹੁੰਦਾ, ਨੱਕ ਦੇ ਸੁੰਘਣ ਚਾਹੁੰਦਾ, ਉਹ ਤਾਂ ਆਦਮੀ ਖੋਜ ਕਰੇ ਰਿਹਾ। ਉਹ ਤਾਂ ਸਾਇੰਸ ਹੈ, ਉਹਨੂੰ ਸਾਇੰਸ ਕਹਿੰਦੇ ਨੇ। ਇਹ ਸਾਇੰਸ ਨਹੀਂ ਹੈ। ਆਤਮ ਗਿਆਨ ਸਾਇੰਸ ਨਹੀਂ ਹੈ, ਇਹਨੂੰ ਸਾਇੰਸ ਨਹੀਂ ਕਹਿੰਦੇ। ਪਰ ਵਿਦਵਾਨਾਂ ਨੂੰ ਕਹਾ ਇਹਦਾ ਪਤਾ ਹੀ ਨਹੀਂ, ਵਿਚਾਰੇ ਨੂੰ ਸਾਇੰਸ ਤੇ ਫਿਰ ਹੋਰ ਪਤਾ ਹੀ ਕਾਸੇ ਦਾ ਨਹੀਂ। ਉਹਨਾਂ ਦੀ ਡਿਕਸ਼ਨਰੀ 'ਚ ਕੋਈ ਲਫ਼ਜ਼ ਨਹੀਂ ਹੈ। ਕਿਉਂਕਿ ਉਹਨਾਂ ਕੋਲ ਸੀਮਤ ਜੀ ਤਾਲੀਮ ਹੈ, ਸੀਮਤ ਜੇ ਉਹਨਾਂ ਕੋਲ ਸਾਧਨ ਨੇ, ਸੀਮਤ ਜੀ ਉਹਨਾਂ ਕੋਲ ਅਕਲ ਹੈ, ਸੀਮਤ ਜੇ ਉਹਨਾਂ ਨੂੰ ਜਿਹੜੇ ਪੜ੍ਹਾਉਣ ਵਾਲੇ ਮਿਲੇ ਨੇ, ਉਹਨਾਂ ਦਾ ਸਭ ਕੁਝ ਸੀਮਤ ਹੈ। ਇਹ ਅਸੀਮ ਹੈ। ਜਿਹਦਾ ਗਿਆਨ ਹੈ ਉਹ ਵੀ ਅਸੀਮ ਹੈ। ਜਿਹਨੇ ਬੋਲੀ ਹੈ ਉਹਦੀ ਅਕਲ ਵੀ ਅਸੀਮ ਹੈ। ਤੇ ਇਹਦੀ ਅਕਲ ਵੀ ਸੀਮਾ ਪਾਰ ਹੋ ਜਾਣੀ ਹੈ। ਅਸੀਮ ਕੀ ਹੁੰਦਾ? ਮਾਇਆ ਤੋਂ ਪਰੇ ਦੀ ਅਕਲ ਜਿਹੜੀ ਆ ਉਹ ਅਸੀਮ ਹੁੰਦੀ ਹੈ। ਮਾਇਆ ਤੱਕ ਅਸੀਮ ਹੈ, ਮਾਇਆ ਤੋਂ ਪਰੇ ਤਾਂ ਸੀਮਾ ਖਤਮ ਹੈ। ਮਾਇਆ ਤੋਂ ਬਾਹਰ ਨਿਕਲ ਗਏ, ਪਰੇ ਸੀਮਾ ਹੈ ਹੀ ਨਹੀਂ ਕੋਈ। ਸੀਮਾ ਸਿਰ ਮਾਇਆ ਤੱਕ ਹੀ ਹੈ ਨਾ।
ਜਿੰਨਾ ਚਿਰ ਆਂਡੇ ਦੇ ਵਿੱਚ ਹੈ ਬੱਚਾ ਉਹਨਾਂ ਚਿਰ ਸੀਮਤ ਹੈ। ਬਾਹਰ ਦਾ ਆਕਾਸ਼ ਹੈ, ਫਿਰ ਸੀਮਾ ਕਿੱਥੇ ਉਹਦੀ? ਬਸ ਜਿੰਨਾ ਮਰਜ਼ੀ ਵੱਜ ਜਾਵੇ, ਜਿੰਨਾ ਮਰਜ਼ੀ ਉੜ ਲਵੇ, ਆਪਣੀ ਸ਼ਕਤੀ ਤੇ ਉਹਦੀ ਤੇ ਡਿਪੈਂਡ ਕਰਦਾ। ਇਹ ਪਰ ਮਨ ਹੈ ਇੱਕ ਸੀਮਤ ਗਿਆਨ ਦੇ ਵਿੱਚ, ਸੀਮਤ ਦਾਇਰੇ 'ਚ ਇਹਦੀ ਸੋਚ ਰਹਿੰਦੀ ਹੈ। ਜਿੰਨਾ ਚਿਰ ਸੰਸਾਰੀ ਇਹ ਅਕਲ ਹੈ, ਇਹਦੇ ਕੋਲ ਸੰਸਾਰੀ ਖੋਜ ਹੈ, ਇਹਦੇ ਕੋਲ ਮੈਟਰ ਦੀ ਖੋਜ ਹੈ, ਇਹਦੇ ਕੋਲ ਬ੍ਰੇਨ ਦੇ ਤੱਕ ਹੀ ਮਹਿਦੂਦ ਹੈ। ਜਦੋਂ ਨਿਰਾਕਾਰ ਦੀ ਆਤਮ ਗਿਆਨ ਦੀ ਖੋਜ ਕਰਦਾ ਹੈ, ਫਿਰ ਬ੍ਰੇਨ ਤੋਂ ਪਰੇ ਦੀ ਗੱਲ ਚਲੀ ਜਾਂਦੀ ਹੈ। ਕਿਉਂ? ਨਾ ਤਾਂ ਉਹ ਦੀਦੀ ਹੈ, ਜਿਹੜੀ ਚੀਜ਼ ਦੀਦੀ ਨਹੀਂ ਉਹਨੂੰ ਬ੍ਰੇਨ ਮੰਨੇ ਕਿਵੇਂ? ਨਾ ਮੰਨਣ ਦੀ ਵੀ ਗੱਲ ਇਹ ਹੈ ਲੋਕਾਂ ਨੂੰ ਕਿ ਬ੍ਰੇਨ ਤੋਂ ਪਰੇ ਦੀ ਗੱਲ ਹੈ। ਆਦਮੀ ਦੇ ਦਿਮਾਗ ਤੋਂ ਹੀ ਪਰੇ ਦੀ ਗੱਲ ਹੈ। ਦਿਮਾਗ ਤੋਂ ਪਰੇ ਦੀ ਗੱਲ ਦਾ ਭਰੋਸਾ ਬਹੁਤ ਔਖਾ ਕਰਨਾ। ਗੁਰਬਾਣੀ ਦੇ ਤਾਂ ਹੀ ਨਹੀਂ ਅਸੀਂ ਭਰੋਸਾ ਕਰਦੇ। ਸਾਡੇ ਬੁੱਧੀ ਤੋਂ ਪਰੇ ਦੀ ਗੱਲ ਹੈ। ਜਿਹੜਾ ਤਾਂ ਕਰ ਗਿਆ ਭਰੋਸਾ, ਉਹ ਤਾਂ ਬਣ ਜੂਗਾ ਸਿੱਖ। ਜਿਹਨੇ ਭਰੋਸਾ ਨਾ ਕੀਤਾ ਉਹ ਰਹਿ ਜੂਗਾ। ਇਹ ਜਨਮ ਵਿੱਚ ਰਹਿ ਜੂ, ਅਗਲੇ 'ਚ ਪਤਾ ਨਹੀਂ। ਜਦ ਭਰੋਸਾ ਕਰੂ ਜਦੇ ਸਿੱਖ ਬਣਨਾ, ਕਦੇ ਕਰ ਲਓ। क्योंकि 20वें गुर का मान बनने के बिना परमेश्वर की गति नहीं जानी जा सकती। 20वें गुर का मन मानना सो सेवक, ना तो उन्हें सेवक बन सकने, उन्ना चर गुरुए रहू, ना उन्हें परमेश्वर की गत जानी जा सकती। परमेश्वर की गत की होंगी? आ जोड़ा हुक्म है परमेश्वर की गत है, चलता ना। हुक्म जो चल रहा है, वरत रहा है, जो पाना है, परमेश्वर की गत है। बस वो ਇਹਦੇ ਨਾਲ ਚੱਲਦਾ। ਫਿਰ ਉਹ ਹੁਕਮ ਦੇ ਨਾਲ ਚੱਲਦਾ ਹੈ। ਜਿਹੜਾ ਹੁਕਮ ਦੇ ਨਾਲ ਚੱਲਦਾ ਪ੍ਰੈਜ਼ੈਂਟ ਵਿੱਚ ਹੈ। ਜਿਹੜਾ ਹੁਕਮ ਦੇ ਨਾਲ ਚੱਲਦਾ ਪ੍ਰੈਜ਼ੈਂਟ ਵਿੱਚ, ਉਹਨਾਂ ਪਾਸਟ ਵਿੱਚ ਹੈ ਨਾ ਫਿਊਚਰ 'ਚ। जो हो गया ਉਹਦੀ चिंता नहीं, जो हो गया तो होए गया, खत्म हो गई ਉਹਦਾ ਕੀ। जो होना ਉਹਦੀ चिंता नहीं, होना होए सो होएगो। ना ਉਹਦੀ चिंता ना हो गया ਜਿਹੜੀ ਉਹਦੀ चिंता, ना ਜਿਹੜਾ हो ਰਿਹਾ ਉਹਦੀ चिंता। ਜੇ चिंता नहीं है ਤਾਂ ਹੀ ਭਾਣਾ ਮਿੱਠਾ ਕਰਕੇ ਮੰਨਿਆ ਜਾ ਸਕਦਾ। क्यों नहीं? क्योंकि जो भी कुछ होगा मेरे बेनिफिट च होगा। और ये सच है गल, एवं नहीं बनाई हुई है। सच उदण हो जिदण ਇਹਦਾ परखण लगू, इस गल ਨੂੰ परखण लगे। ਜਿਹੜਾ ਇਹ ਗੱਲ ਨੂੰ परखूगा ਉਹ ਭਾਣੇ ਨੂੰ बुझ भी लऊगा, भरोसा भी कर लूगा। परखे हो बस, परखे गुर की बात, फिर खरा खोटा ये परखण वाली चीज। उसते ना होए ना ही कुछ बस, ਇਹਨੂੰ परखो ये गल सच्ची है गुरबाणी ਦੀ या नहीं सच्ची। और ये कहो कि कुछ ਤੇ ਦੂਜੇ ਤੇ ਤਾਂ ਕਿਸੇ ਤੇ ਗੁੱਸਾ ਕਰਨ ਦੀ ਲੋੜ ਨਹੀਂ। ਕਿਹਨੇ ਸਿੱਖਾਂ ਨੇ ਧੱਕਾ ਕੀਤਾ, ਕਿਹਨੇ ਨਾ ਕੀਤਾ? ਹੋਰ ਕਿਸੇ ਨੇ ਕੁਝ ਨਹੀਂ ਕੀਤਾ, ਉਹਨੇ ਹੀ ਕੀਤਾ। ਜੇ ਸਾਸੇ ਵਾਲਾ ਪੈਦਾ ਕੀਤਾ ਉਹਨੇ ਕੀਤਾ। ਤੁਹਾਡਾ ਨਸ਼ਾ ਤਾਰਨ ਵਾਸਤੇ ਉਹ ਰਾਖਸ਼ ਪੈਦਾ ਕੀਤਾ। ਜੇ ਉਹ ਰਾਖਸ਼ ਕਿਉਂ ਨਹੀਂ ਮੰਨਦੇ? ਰਾਖਸ਼ ਪੈਦਾ ਕੀਤਾ ਸਾਡੇ ਖਾਤਰ ਕੀਤਾ ਸੀ, ਦੇਵਤੇ। ਇਹੀ ਮੰਨ ਲਓ, ਇਹੀ ਮੰਨ ਲਓ ਤੁਸੀਂ ਵੀ ਉਹ ਰਾਖਸ਼ ਆ, ਅਸੀਂ ਦੇਵਤੇ ਪੈਦਾ ਕਰਤਾ ਸਾਡੇ ਵਾਸਤੇ। ਪਰ ਕਿਉਂ ਕੀਤਾ ਹੈ? ਸਾਡੇ 'ਚ ਕੋਈ ਨੁਕਸ ਹੈ ਤਾਂ ਕੀਤਾ। ਇਹ ਪ੍ਰੋਬਲਮ ਕਿਉਂ ਪੈਦਾ ਹੋਈ ਹੈ? ਇਹ ਰਾਧਾ ਸੁਆਮੀ ਕਿਵੇਂ ਪੈਦਾ ਹੋ ਗਏ, ਕਿਉਂ ਹੋ ਗਏ? ਸਾਡੇ ਨੁਕਸ। जद गुरु बोल देते पाप तन भीतर कंपै, सुनने वाले दे अंदरले पाप कंबदे ते हुण थोड़े अपने अंदरले पाप कंबा छड्डण वास्ते नहीं तुसीं बोलदे। पाप तां थोड़े कंबदे ने। पाप बुरा दुनिया ही कहती हुंदी है, तुसीं भी बुरा कहने। पाप बुरा पापी को प्यारा। अपनी सोच पाप है,
ਗੁਰਬਾਣੀ ਅਨੁਸਾਰ। ਆਪਣੀ ਇੱਛਾ ਪਾਪ ਹੈ, ਪਰ ਜਿਹੜਾ ਇੱਛਾ ਧਾਰੀ ਹੈ ਉਹਨੂੰ ਤਾਂ ਉਹ ਆਪਣੀ ਸੋਚ ਪਿਆਰੀ ਲੱਗਦੀ ਹੈ। ਉਹਨੂੰ ਪਾਪ ਪਿਆਰਾ ਲੱਗਦਾ ਤਾਂ ਨਹੀਂ ਛੱਡਦਾ। ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਹੈ, ਪਾਪ ਪਸਰਿਆ ਪਸਾਰਾ, ਸਾਰਾ ਪਸਾਰਾ ਪਾਪ ਦਾ ਹੀ ਹੈ। ਸਾਰਾ ਪਸਾਰਾ ਪਾਪ ਕਰਕੇ ਹੀ ਹੋਇਆ ਹੋਇਆ ਹੈ। ਜਿੱਦਣ ਇਹਨੇ ਪਾਪ ਛੱਡ ਦਿੱਤਾ ਇਹਦੀ ਮੁਕਤੀ ਹੋ ਜਾਣੀ, ਉਦਣ ਖਤਮ, ਪਸਾਰਾ ਖਤਮ। ਜਿਹੜਾ ਜਿਹੜਾ ਪਾਪ ਕਰਨਾ ਛੱਡ ਗਿਆ, ਸੋਚਣਾ ਛੱਡ ਗਿਆ, ਉਹ ਜਦੇ ਮੁਕਤ, ਜਦੇ ਮੁਕਤ, ਜਦੇ ਮੁਕਤ। ਸਾਰੇ ਪਸਾਰਾ ਸਿਰਫ ਸਾਡੇ ਪਾਪ ਕਰਕੇ। ਇਹੀ ਹੈ ਪੈਰ ਕੁਹਾੜਾ ਮਾਰਿਆ ਗਾਫਲ ਆਪਣੇ ਜਾਣ ਬੂਝ ਕੇ ਬਾਬਰੇ। ਹੁਣ ਜਾਣ ਲਿਆ, ਬੁੱਝ ਲਿਆ, ਫਿਰ ਕਾਜ ਵਿਗਾੜਦਾ, ਵਿਗਾੜੀ ਜਾਵੇ। ਫਿਰ ਹੁਣ ਕੋਈ ਇਹਦੇ ਹੱਥ ਦਾ ਫੜ ਨਹੀਂ ਲੱਗਿਆ। ਸਾਰੀ ਗੱਲ ਸਪਸ਼ਟ ਹੈ ਗੁਰਬਾਣੀ 'ਚ, ਮੰਨਣੀ ਔਖੀ ਕੋਈ ਨਹੀਂ। ਇੱਕ ਦੂਏ ਵੱਲ ਨੂੰ ਝਾਕਾਂਗੇ ਮਨ ਹੋਣੀ ਨਹੀਂ, ਅੱਖਾਂ ਮੀਚ ਕੇ ਮਨ ਹੋਊਗੀ। ਜਿਹਨੇ ਮੰਨਣੀ ਆਪਣੀ ਅੱਖਾਂ ਮੀਚ ਲਵੇ। ਇੱਕ ਦੂਏ ਵੱਲ ਝਾਕਾਂਗੇ ਫਿਰ ਨਹੀਂ ਮੰਨੂ। ਇਹ ਮੰਨੂ ਤਾਂ ਮੈਂ ਮੰਨੂ, ਇਹ ਮੰਨੂ ਤਾਂ ਮੈਂ ਮੰਨੂ। ਜਿਹੜੇ ਇਹ ਝਾਕਦੇ ਰਹੇ ਉਹ ਪੰਜ ਪਿਆਰਿਆਂ 'ਚ ਨਿਕਲੇ ਹੀ ਨਹੀਂ। ਜਿਹੜੇ ਦੂਏ ਦੇ ਮੂੰਹ ਵੱਲ ਦੇਖਦੇ ਰਹੇ ਨਾ, ਇਹ ਕੌਣ ਉੱਠਦਾ, ਉਹਨਾਂ ਦਾ ਚਾਂਸ ਨਿਕਲ ਗਿਆ। ਜਿਹੜੇ ਚੁੱਪ ਕਰਕੇ ਖੜੇ ਹੋ ਗਏ ਉਹ ਨਿਕਲ ਗਏ। ਆਪਣੇ ਨਾਲ ਫੈਸਲਾ ਕਰਿਆ ਉਹਨਾਂ ਨੇ, ਉਹਨਾਂ ਦੇ ਕਿਹੜਾ ਸਿਰ ਵੱਢ ਦਿੱਤੇ। ਉਹਨਾਂ ਨੂੰ ਸਮਝ ਸੀ ਕਿ ਜਦੋਂ ਕਿਹਾ ਨਾ ਕਬੀਰ ਨੇ ਵੀ ਮੈਂ ਮਰਨਾ ਚਾਹੁੰਦਾ, ਤੂੰ ਕਹਿਣਾ ਨਾ ਵੀ ਸਿਰ ਧੱਤ ਵਾਲੀ ਗਲੀ ਮੋਰੀ ਆਓ, ਇਤਮਾਰਕ ਪੈਰ ਤਰੀਜੈ ਸਿਰ ਤੀਜੇ ਕਾਲ ਨਾ ਕੀਜੈ। ਕਿਹਦਾ ਹੁਕਮ ਸੀ? ਦਰਗਾਹ ਦਾ ਸੀ ਨਾ। ਮਨ ਮੰਨ ਗਿਆ ਉਹਦਾ ਮਰਨ ਨੂੰ। ਅਬ ਕੈਸੇ ਮਰੂ? ਮਰਨ ਮਨ ਮਾਨਿਆ। ਪਰਮੇਸ਼ਰ ਨੂੰ ਕਹਿੰਦਾ ਦੱਸੋ ਕਿਵੇਂ ਮਰਾਂ ਮੈਂ, ਮੇਰਾ ਮਨ ਮੰਨਦਾ ਮਰਨ ਨੂੰ, ਮਾਰੋ ਮੈਨੂੰ। ਕਹਿੰਦੇ ਹੁਣ ਤੂੰ ਮਰ ਨਹੀਂ ਸਕਦਾ, ਤੂੰ ਪਾਗਲ। ਅਸੀਂ ਤਾਂ ਡਰਾਉਂਦੇ ਸੀ, ਅਸੀਂ ਤਾਂ ਡਰਾਉਂਦੇ ਹੁੰਦੇ ਹਾਂ। ਇਹ ਮਰਨ ਦਾ ਡਰ ਹੈ, ਮਰਨਾ ਤਾਂ ਤੈਨੂੰ ਭਰਮ ਹੈ। ਲੋਕਾਂ ਨੂੰ ਭਰਮ ਗਿਆਨੀ ਦੇ ਪਾਇਆ, ਆਤਮਾ ਤਾਂ ਮਰਦੀ ਹੋਈ ਨਹੀਂ, ਤੂੰ ਕਾਹਨੂੰ ਮਰਦਾ ਹੈ? ਅਬ ਕੈਸੇ ਮਰੂ? ਮਰਨ ਮਨ ਮਾਨਿਆ। ਮਰ ਮਰ ਗਏ ਜਿਨ ਰਾਮ ਨਾ ਜਾਣਿਆ। ਕਹਿੰਦੇ ਮਰ ਮਰ ਤਾਂ ਉਹ ਕਹਿੰਦੇ ਜਿਹਨੇ ਰਾਮ ਨਹੀਂ ਜਾਣਿਆ। ਉਹ ਰਾਮ ਨੂੰ ਤਾਂ ਭਾਈ ਸਾਰੀ ਦੁਨੀਆ ਜਾਣਦੀ ਸੀ ਵੀ ਦਸ਼ਰਥ ਦਾ ਮੁੰਡਾ ਹੈ, ਯੁੱਧਿਆ 'ਚ ਜੰਮਿਆ ਸੀ, ਰਾਵਣ ਨਾਲ ਲੜਾਈ ਹੋਈ ਸੀ, ਰਮਾਇਣ ਸਾਰੀ ਦੁਨੀਆ ਜਾਣਦੀ। ਉਹ ਕਿਹੜੇ ਰਾਮ ਦੀ ਗੱਲ ਕਰਦਾ ਜਿਹਨੇ ਜਾਣਿਆ ਨਹੀਂ? ਉਹ ਉਸ ਰਾਮ ਦੀ ਗੱਲ ਕਰਦਾ ਸਭੇ ਘੱਟ ਜਿਹੜਾ ਰਾਮ ਬੋਲਦਾ ਹੈ। ਉਹ ਆਪਣੇ ਰਾਮ ਦੀ ਗੱਲ ਕਰਦਾ, ਦੁਨੀਆ ਆਪਣੇ ਰਾਮ ਦੀ ਗੱਲ ਕਰਦਾ। ਦੁਨੀਆ ਯੁੱਧੇ ਵਾਲੇ ਰਾਮ ਦੀ ਗੱਲ ਕਰਦੀ, ਕਬੀਰ ਆਪਣੇ ਦੀ ਰਾਮ ਦੀ ਗੱਲ ਕਰਦਾ। ਇਸ ਕਰਕੇ ਗੁਰਬਾਣੀ ਵੀ ਰਾਮ ਕਥਾ ਹੈ। ਦਸਮ ਪਾਤਸ਼ਾਹ ਨੇ ਵੀ ਇੱਕ ਰਾਮ ਕਥਾ ਲਿਖੀ ਆ। ਉਹ ਦੂਜੀ ਰਮਾਇਣ ਨਾਲੋਂ ਸਾਰੀ ਨੂੰ ਡਿਫਰੈਂਟ ਹੈ। ਜਿੱਥੇ ਕੱਟਣੀ ਸੀ ਕੱਟੀ ਹੋਈ ਹੈ ਉਹ। ਜੇ ਰੋਜ਼ਾ ਗੁਰਬਾਣੀ 'ਚ ਲਿਖਿਆ ਹੋਇਆ ਹੈ ਤਾਂ ਮਤਲਬ ਇਹ ਨਹੀਂ ਵੀ ਤੁਸੀਂ ਰੋਜ਼ਾ ਰੱਖਣਾ। ਰੋਜ਼ਾ ਲਿਖਿਆ ਹੈ ਨਾ, ਨਮਾਜ਼ ਵੀ ਲਿਖੀ ਹੋਈ ਹੈ। ਨਮਾਜ਼ ਕਾਹਤੇ ਨਹੀਂ ਪੜ੍ਹਦੇ? ਗੁਰਬਾਣੀ ਤਾਂ ਲਿਖੀ ਹੋਈ ਹੈ। ਸੁਬਹ ਨਮਾਜ਼ ਗੁਜ਼ਾਰ ਕਿਉਂ ਨਹੀਂ ਪੜ੍ਹਦੇ? ਨਮਾਜ਼ ਲਿਖੀ ਤਾਂ ਹੋਈ ਹੈ। ਵਿਦਵਾਨਾਂ ਨੂੰ ਪੁੱਛਿਆ ਵੀ ਤੁਸੀਂ ਨਮਾਜ਼ ਵੀ ਪੜ੍ਹੋ ਜਾਂ ਨਮਾਜ਼ ਕਿਹਾ ਸੁਬਹ ਨਮਾਜ਼ ਗੁਜ਼ਾਰ ਕਿਹਾ ਹੋਇਆ ਨਾ, ਕਿਉਂ ਨਹੀਂ ਪੜ੍ਹਦੇ ਨਮਾਜ਼ ਭਾਈ? ਨਾ ਜਿਹੜੀ ਅਸੀਂ ਸਮਝ ਲਈ ਉਹੀ ਠੀਕ ਹੈ। ਗੁਰਬਾਣੀ 'ਚ ਬਹੁਤ ਕੁਛ ਲਿਖਿਆ ਹੋਇਆ, ਪਰ ਵਿਦਵਾਨਾਂ ਨੂੰ ਕੀ ਪਤਾ ਵੀ ਕੀ ਲਿਖਿਆ ਹੈ, ਕੀ ਉਹਨਾਂ ਨੂੰ ਕੀ ਲੱਗਿਆ ਇਸ ਗੱਲ ਤੇ। ਨਮਾਜ਼ ਪੜ੍ਹੋ ਫਿਰ ਤਾਂ ਕਿਹਾ ਹੈ ਨਮਾਜ਼ ਗੁਜ਼ਾਰ। ਮਸੀਤ ਕਦੇ ਨਹੀਂ ਆਇਆ ਇੱਕ ਦਿਨ? ਕਬੂ ਨੂੰ ਆਇਆ ਚੱਲ ਕੇ ਪੰਜੇ ਵਕਤ ਮਸੀਤ। ਕਿਉਂ ਨਹੀਂ ਜਾਂਦੇ ਮਸੀਤ ਤੁਸੀਂ? ਬੇਨਮਾਜ਼ਾ ਕੁੱਤਿਆ, ਇਹ ਨਾ ਭਲੀ ਰੀਤ। ਕਬੂ ਨੂੰ ਆਇਆ ਚੱਲ ਕੇ ਪੰਜੇ ਵਕਤ ਮਸੀਤ ਕਿਉਂ ਨਹੀਂ ਜਾਂਦੇ ਸਿੱਖ? ਮਸੀਤ ਪੰਜੇ ਵਕਤ ਜਾਣਾ ਚਾਹੀਦਾ।
बहुत कुछ है गुरबाणी च, कोई नहीं कुछ नहीं इन्होंने पढ़ा बिल्कुल को हुंदा की है बेचारियों को। जाओ फिर आदि गुरु ग्रंथ साहब लिखा है 10वीं के खिलाफ को रौला पाओ, पहले ये खिलाफ पाओ, पहले ये खिलाफ पाओ रौला भी ਇਹਦਾ ਮਸੀਹ ਜਾਣ ਨੂੰ ਕਹਿੰਦਾ, गुरुद्वारे जाण ਨੂੰ नहीं कहता। गुरुद्वारे कदे नहीं कहा जाओ, तो दिखाओ कितने लिखा है गुरुद्वारे जाओ, दसो कितने लिखा है गुरबाणी च, कितों दिखाओ गुरुद्वारे लिखा है जाना, मसीत लिखा है पंजे कोल जाना। जे नहीं जाता उन्होंने कुत्ता कहे, ਇਹੋ ਜਿਹੀਆਂ ਪੁੱਠਿਆਂ ਦੀਆਂ ਮਾਰੀਆਂ ਹੋਈਆਂ ਇਹਦੇ ਵਿੱਚ, ਬੋਲਤੀ ਬੰਦ ਹੋ ਜਾਣੀ ਸਭ ਦੀ। ਇੱਕ ਅੱਧੀ ਵਾਰ ਮਾੜਾ ਜਿਹਾ ਪੜ੍ਹ ਲੈਂਦੇ ਨੇ, ਇੱਕ ਵਾਰ ਨਿਗਾਹ ਜੀ ਫੇਰ ਕੇ ਉਹ ਕਹਿੰਦੇ ਨੇ, ਉਹ ਜਿਵੇਂ ਕੁੱਤਾ ਕਹਿੰਦੇ ਕਪਾਹ ਦੇ ਖੇਤੀ ਨਾ ਗਿਆ ਰਜਾਈ ਭਰਾ ਕੇ ਲੈ ਗਿਆ, ਇੱਕ ਵਾਰ ਨਰਮਾ ਚੁੱਕ ਕੇ ਲੈ ਗਿਆ ਸਾਰੇ, ਕੁੱਤਾ ਜੇ ਖੇਤੀ ਨਾ ਗਿਆ, ਇਹ ਕਹਿੰਦੇ ਸਾਰਾ ਨਰਮਾ ਅਸੀਂ ਚੁੱਕ ਲਿਆ ਹੁਣ, ਜਿਵੇਂ ਕੁੱਤਾ ਨਾ ਗਿਆ ਨਾ ਖੇਤ 'ਚ ਹਾਂ, ਉਹ ਸਾਰੀ ਕਪਾਹ ਚੁੱਕ ਕੇ ਲੈ ਗਿਆ। ਇਹ ਕਹਿੰਦੇ ਅਸੀਂ ਸਮਝ ਲਈ ਬਾਣੀ, ਬਸ ਇੱਕ ਵਾਰ ਪੜ੍ਹ ਕੇ ਜੋ ਅਸੀਂ ਲੈ ਗਏ ਅਸੀਂ। ਆਹ ਹੈ ਵਿਦਵਾਨਾਂ ਨੂੰ ਵਹਿਮ ਹੋਇਆ ਹੈ। ਮਸੀਤ ਜਾਣਾ ਚਾਹੀਦਾ ਪੰਜੇਵਾ, ਸਮਝਿਆ ਨਹੀਂ ਕਿਹੜੀ ਮਸੀਤ ਹੈ ਜੀ? ਇਹਨਾਂ ਨੂੰ ਪਤਾ ਉਹ ਕਿਹੜੀ ਹੈ, ਸਾਨੂੰ ਵੀ ਪਤਾ ਕਿਹੜੀ ਹੈ, ਉਹ ਤਾਂ ਇਹ ਦੱਸਣਗੇ। ਦੇ ਮਸੀਤ ਦਾ ਮਨ ਮੌਲਾਨਾ ਫਿਰ ਜੇ ਇਹ ਮਸੀਤ ਦਾ ਦੂਏ ਅਰਥ ਕਿਉਂ ਨਹੀਂ ਕਰਦੇ, ਹੋਰ ਜਗ੍ਹਾ ਅਰਥ ਕਿਉਂ ਨਹੀਂ ਕਰਦੇ? ਇੱਕਣ ਮਸੀਤ ਜੇ ਇੱਥੇ ਮਸੀਤ ਦੇ ਅਰਥ ਬਦਲੋਗੇ ਤਾਂ ਦੂਜੇ ਤੋਂ ਅਰਥ ਕਿਉਂ ਨਹੀਂ ਬਦਲਦੇ? ਜੋ ਕੁਝ ਕਿਹਾ ਗੁਰਬਾਣੀ, ਆਰਾਮ ਦੇ ਵੀ ਲਫ਼ਜ਼ ਵਰਤੋ, ਗੁਰਦੁਆਰੇ ਦੇ ਵੀ ਬਦਲਨੇ ਪੈਣੇ, ਚੰਡੀ ਦੇ ਵੀ ਬਦਲ ਹੋਣਗੇ, ਚੰਡੀ ਦੇ ਵੀ ਬਦਲਣਗੇ, ਗੁਰਦੁਆਰੇ ਦੇ ਬਦਲਨੇ ਪੈਣੇ। ਫਿਰ ਸਾਰੇ ਅਰਥ ਉਹ ਰੱਖੋ ਜਿਹੜੇ ਗੁਰਬਾਣੀ ਦੇ ਜਿਵੇਂ ਕਹੇ ਹੋਏ ਨੇ। 10ਵੀਂ ਦੇ ਵਿੱਚ ਆਪਣੇ ਅਰਥ ਦਿੱਤੇ ਹੋਏ ਨੇ, ਇੱਥੇ ਆਪਣੇ ਅਰਥ ਦਿੱਤੇ ਹੋਏ ਨੇ। ਜਾਂ ਫਿਰ ਮਸੀਤ ਜਾਓ, ਹਰਮੰਦਰ ਇਹੋ ਸਰੀਰ ਹੈ, ਹਰਮੰਦਰ ਇਹੋ ਸਰੀਰ ਹੈ। ਹਰ ਵਸੇ ਜਿਸ ਨਾਲ ਜਦੋਂ ਸਾਰੀਆਂ ਗੱਲਾਂ ਆਉਣੀਆਂ ਨੇ ਹੁਣ ਮਾਰਕੀਟ ਦੇ ਵਿੱਚ ਓਪਨ ਹੋ ਕੇ, ਇਹਨਾਂ ਦਾ ਜਵਾਬ ਲੱਭੋ। ਹੁਣ ਜਿਹੜੇ ਬਹੁਤਾ ਰੌਲਾ ਪਾਉਂਦੇ ਨੇ ਜ਼ਿਆਦਾ, ਜਿਹਨਾਂ ਨੂੰ ਜ਼ਿਆਦਾ ਸਿੱਖੀ ਦਾ ਫਿਕਰ ਹੈ, ਉਹ ਜਵਾਬ ਲੱਭਣ। ਹੁਣ ਪਹਿਲਾਂ ਆਪਣਾ ਦੇਖਣ ਵੀ ਤੁਸੀਂ ਕੀ ਹੋ, ਦੂਏ ਨੂੰ ਕਹਿਣ ਤੇ ਪਹਿਲਾਂ ਆਪ ਦੇਖੇ, ਆਪਣੇ ਆਪ ਨੂੰ ਤੋਲ ਕੇ ਮੈਂ ਕਿੱਥੇ ਖੜਾ। ਖੜਾ ਅਲੱਗ ਗੱਲ ਆ ਵੀ ਤੂੰ ਜੋ ਕਹਿੰਦਾ ਜਸਟੀਫਾਈ ਕਰ, ਵੀ ਇਹ ਤੂੰ ਅਰਥ ਜਿਹੜੇ ਕਰਦੇ ਠੀਕ ਨੇ, ਪਹਿਲਾਂ ਤਾਂ ਆਪਣੇ ਅਰਥ ਜਸਟੀਫਾਈ ਕਰੋ। ਗੁਰਬਾਣੀ 'ਚੋਂ ਜਸਟੀਫਾਈ ਕਰੋ ਵੀ ਜੋ ਅਸੀਂ ਅਰਥ ਸਮਝੇ ਨੇ ਠੀਕ ਨੇ। ਜਦ ਤੁਸੀਂ ਠੀਕ ਸਮਝਿਆ ਹੀ ਨਹੀਂ ਹੋਇਆ ਕੁਛ ਵੀ, ਤੁਹਾਨੂੰ ਕੀ ਰਾਈਟ ਹੈ ਰੌਲਾ ਪਾਉਣ ਦਾ? ਲੋੜ ਹੈ ਕਿ ਜਿਹੜੇ ਵੀ ਝਗੜੇ ਪਏ ਹੋਏ ਨੇ, ਗਲਤ ਫਹਿਮੀਆਂ ਪਈਆਂ ਹੋਈਆਂ ਨੇ, ਇਤਿਹਾਸ ਵਿੱਚ ਨੇ ਚਾਹੇ ਗੁਰਮਤਿ ਵਿੱਚ ਨੇ, ਅਰਥਬੋਧ ਕਰਕੇ, ਇਹ ਆ ਕਹਿੰਦੇ ਮਿਸਪ੍ਰਿੰਟ ਹੋਣ ਕਰਕੇ, ਪਾਠਾਂਤਰ ਕਰਕੇ, ਇਹਨਾਂ ਦਾ ਸਲਿਊਸ਼ਨ ਕੀ ਹੈ? ਸਵਾਲ ਇਹ ਨਹੀਂ, ਇਹ ਝਗੜੇ ਸਭ ਨੂੰ ਪਤਾ ਹੈਗੇ ਨੇ, ਉਹਦਾ ਹੱਲ ਦੱਸੇ ਕੀ ਹੈ। ਜਿਹਦੇ ਕੋਲ ਹੱਲ ਹੈਗਾ ਉਹਦੀ ਗੱਲ ਸੁਣਨੀ ਹੈ, ਦੁਆ ਨੂੰ ਕਿਸੇ ਨੇ ਨਹੀਂ ਪੁੱਛਣਾ। ਦੁਆਨੀ ਵੱਟੇ ਬਥੇਰਾ ਅਸੀਂ ਡੱਡੂ ਬੋਲ ਲਏ, ਡੱਡੂਆਂ ਦਾ ਟਾਈਮ ਲੰਘ ਗਿਆ। ਹੁਣ ਜਿਹੜਾ ਡੱਡੂ ਬੋਲਦੇ ਨੇ ਨਾ, ਉਹਨਾਂ ਦੀ ਕੋਇਲ ਬੋਲਦੀ ਨਹੀਂ ਹੁੰਦੀ, ਤਾਂ ਕੋਇਲ ਬੋਲਦੀ ਹੈ ਫਿਰ ਡੱਡੂ ਹੁੰਦਾ ਹੀ ਨਹੀਂ ਬੋਲਦੇ। ਡੱਡੂ ਬੋਲਣ ਤੋਂ ਪਹਿਲਾਂ ਕੋਇਲ ਚੁੱਪ ਕਰ ਜਾਂਦੀ ਹੈ। ਬਰਸਾਤ 'ਚ ਬੋਲਦੇ ਹੁੰਦੇ ਡੱਡੂ ਨਾ, ਕੋਇਲ ਉਹ ਤੋਂ ਪਹਿਲਾਂ ਚੁੱਪ ਕਰ ਜਾਂਦੀ ਹੈ। अब तो दादर बख्ताब है, हमें पूछत कौन। ये विद्वानां दे हत्थ च धर्म है। विद्वान गुरबाणी नूं समझ लैणगे, भुलेखे च ना रहण। विद्वान पंडित तो गाह कुछ नहीं हुंदे। गुरमुख की गल करो तुसीं, विद्वान की गल छड्डो। गुरमुख खोजी हुंदा, विद्वान नहीं हुंदा। खोजी गुरमुख है, जिहदी बुद्ध बदली हुई है गुरमुख है, जिहदी बुद्ध बदली नहीं हुई गुरमुख नहीं है। बुद्ध बदली सिद्ध पाई तो बाद गुरमुख है।
ਇਸ ਕਰਕੇ ਗੁਰਮੁਖ ਬਿਰਲਾ ਅਰਥ ਆਊਗਾ ਬਾਣੀ ਨੂੰ, ਵਿਦਵਾਨ ਅਰਥਾ ਲਵੇ ਸਵਾਲੇ ਪੈਦਾ ਨਹੀਂ ਹੁੰਦਾ। ਜਦ ਬਾਣੀ ਉਹ ਨਹੀਂ ਮੰਨਦੀ ਵਿਦਵਾਨ ਦੇ ਲੈਵਲ ਨੂੰ, ਬਾਣੀ ਮੰਨਦੀ ਹੈ ਕਿ ਵਿਦਿਆ ਨਾ ਪੜੂ ਬਾਦ ਨਾ ਜਾਣੂ। ਕਬੀਰ ਜਿੰਨਾ ਚਿਰ ਵਿਦਿਆ ਪੜ੍ਹਦਾ ਤਾਂ ਬਾਦ ਵਿਵਾਦ ਕਰਦਾ ਸੀ, ਉਹ ਸਾਰਾ ਚੱਕ ਕੇ ਦੇਖ ਲਓ ਬੀਜ ਕੋ ਉਹਦਾ। ਬਾਅਦ ਚ ਬਾਦ ਵਿਵਾਦ ਨਹੀਂ ਕਰਦਾ ਹੈ, ਬਾਣੀ ਬਾਦ ਵਿਵਾਦ ਦੇ ਵਿੱਚ ਨਹੀਂ ਪਈ ਹੋਈ। ਵਾਦੀ ਬਣ ਸਕਦਾ, ਹਾਂ ਵਾਦੀ ਬਿਨਸਾ ਹੈ। ਇਹਨਾਂ ਦੀ ਅਕਲ ਤਾਂ ਹੀ ਬਿਨਸੀ ਹੋਈ ਹੈ, ਮਾਰੀ ਹੋਈ ਹੈ, ਕਿਉਂਕਿ ਜਿਹੜਾ ਇਹਨਾਂ ਦਾ ਸਟੈਂਡ ਲਿਆ ਹੋਇਆ ਸਾਰਿਆਂ ਦਾ ਗਲਤ ਹੈ। ਜਿਹੜਾ ਲੈ ਲਿਆ ਸਟੈਂਡ ਉਹ ਨਹੀਂ ਛੱਡਣਾ। ਇਹ ਤਾਂ ਕੰਮ ਜੋਗੀਆਂ ਦਾ ਵੀ ਰਿਹਾ, ਇਹ ਕੁਗਿਆਨੀਆਂ ਦਾ ਕੰਮ ਹੈ, ਸਿੱਖਾਂ ਦਾ ਕੰਮ ਨਹੀਂ ਹੈ। ਜਿਹੜਾ ਸਟੈਂਡ ਅਸੀਂ ਲੈ ਲਿਆ ਅਸੀਂ ਛੱਡਣਾ ਨਹੀਂ, ਉਹਨੂੰ ਸਿੱਖ ਤਾਂ ਕਿਹਾ ਨਹੀਂ ਜਾ ਸਕਦਾ। ਉਹ ਤਾਂ ਸਿੱਖੀ ਵਿਰੋਧੀ ਨੇ ਜੋ ਵੀ ਹੈ। ਖੋਜੀ ਹੈ, ਖੋਜ ਕਰਨਾ, ਜੋ ਅਸੀਂ ਗਲਤ ਸਮਝਦੇ ਸੀ ਠੀਕ ਕਰ ਲਓ। ਅੱਜ ਜੇ ਠੀਕ ਨਹੀਂ ਕਰਦੇ ਨਾਮਧਾਰੀਏ ਨਹੀਂ ਕਰਨਗੇ, ਪਤਾ ਸਮਝੇ ਨਹੀਂ, ਨਿਰੰਕਾਰੀ ਨਹੀਂ ਕਰਨਗੇ, ਪਤਾ ਹੈ। ਉਹਨਾਂ ਚੋਂ ਵੀ ਕੁਛ ਕਰ ਲੈਣਗੇ, ਹੋ ਸਕਦਾ ਸਾਰੇ ਵੀ ਕਰ ਲੈਣ, ਨਾਮਧਾਰੀਏ ਵੀ ਕਰ ਲੈਣ, ਕੀ ਪਤਾ। ਪਰ ਉਹ ਆਇਆ ਨਾ, ਉਹਨਾਂ ਨੇ ਆਪਣਾ ਗੁਰੂ ਪ੍ਰੋਜੈਕਟ ਕਰ ਲਿਆ ਅਲੱਗ, ਉਹਨਾਂ ਦੀ ਸੰਭਾਵਨਾ। ਥੋੜੇ ਬਹੁਤੇ ਰਹਿ ਜਾਣ, ਹੁਣ ਆਪਣੇ ਜਿੰਨੇ ਵੀ ਹੋਏ ਨੇ, ਸ੍ਰੀ ਚੰਦ ਹੈ ਸਾਰੀ ਜ਼ਿੰਦਗੀ ਨਹੀਂ ਮੰਨਿਆ, ਹੁਣ ਉਹਦੇ ਗਾਹਾਂ ਗੱਦੀ ਸਾਡੇ ਕੋਲ ਰੌਲਾ ਪਾਈ ਜਾਂਦੇ ਨੇ, ਕੌਣ ਪੁੱਛਦਾ, ਕਹਿੰਦੇ ਰਹਿਣ, ਕੀ ਫਰਕ ਪੈਂਦਾ। ਸਾਰੀ ਆਮ ਦੁਨੀਆ ਸਾਰੀ ਉਹ ਚੀਜ਼ ਨੂੰ ਮੰਨੂ ਜਿਹੜੀ ਰਾਈਟ ਹੋਊਗੀ, ਜਿਹੜੀ ਅਸੀਂ ਸੈਟਿਸਫਾਈ ਕਰਾ ਸਕਦੇ ਹਾਂ ਕਿਸੇ ਨੂੰ, ਜਿਹਨੂੰ ਗੁਰਬਾਣੀ ਚੋਂ ਜਸਟੀਫਾਈ ਕਰ ਸਕਦੇ ਹਾਂ ਅਸੀਂ, ਉਹ ਗੱਲ ਮੰਨੀ ਜਾਊਗੀ। ਆਮ ਪਬਲਿਕ ਹੋਰ ਨਵੇਂ ਵੀ ਮੰਨ ਲੈਣਗੇ ਉਹਨੂੰ। ਇਹਨਾਂ ਦੀ ਕੋਈ ਗੱਲ ਨਹੀਂ। ਦਸਮ ਗ੍ਰੰਥ 'ਚ ਹੋਰ ਬਹੁਤ ਕੁਛ ਹੈ, ਸਗੋਂ ਜ਼ਿਆਦਾ ਪੜ੍ਹਨ ਲੱਗੇ ਦਸਮ ਗ੍ਰੰਥ ਦੀ ਬਾਣੀ। ਬਾਕੀ ਕਿਉਂ ਨਹੀਂ ਇਹ ਪ੍ਰਚਾਰ ਕਰਦੇ ਜਿਹੜੀ ਬਾਕੀ ਦੀ ਬਾਣੀ ਦੱਸਦੀ? ਇਹ ਤੋਂ ਪਤਾ ਲੱਗਦਾ ਕਿ ਇਹਨਾਂ ਨੂੰ ਨਫ਼ਰਤ ਹੈ ਸਿਰਫ, ਹੋਰ ਗੱਲ ਕੁਝ ਨਹੀਂ ਹੈ। ਭਈ ਇੱਕ ਇੰਨੀ ਚੀਜ਼ ਆ, ਮੱਖੀ ਨੂੰ ਦੇਖੀ ਜਾਂਦੇ ਨੇ, ਬਾਕੀ ਜਿਹੜਾ ਕੜਾਹਾ ਐਡਾ ਬੜਾ ਖੀਰ ਦਾ ਉਹਨੂੰ ਕਿਉਂ ਨਹੀਂ ਦੇਖਦੇ? ਮੱਖੀ ਹੁੰਦੀ ਦੀ ਅਗਰ ਔਰ ਉਹ ਵੀ ਮੱਖੀ ਹੈ ਨਹੀਂ, ਲੈਚੀ ਉਹ ਮੱਖੀ ਹੈ ਨਹੀਂ, ਲੈਚੀ ਤੁਹਾਨੂੰ ਮੱਖੀ ਲੱਗਦੀ ਹੈ। ਬਾਕੀ ਦਾ ਪ੍ਰਚਾਰੋ ਤੁਸੀਂ, ਜੇ ਅੰਦਰ ਉਹ ਸੱਚੇ ਹੋਣ, ਇਮਾਨਦਾਰ ਹੋਣ, ਬਾਕੀ ਨੂੰ ਪ੍ਰਚਾਰੋ। ਸੰਗਤ ਦਾ ਕੀ ਅਸਰ ਬਣ, ਇੰਨੀ ਡਿਫਰੈਂਟ ਕਿਸਮ ਤੋਂ ਲੋਕ ਉਹ ਪ੍ਰਚਾਰ ਹੋ ਰਿਹਾ, ਉਹ ਇੱਕ ਪੰਗਤੀ ਕਿਸੇ ਨੇ ਪੁੱਛਣੀ ਹੋਈ ਨਹੀਂ, ਰੁਲੇ ਜਾਣੀ। ਇੱਕ ਜਾਂ ਦੋ ਪੰਗਤੀਆਂ ਨੇ ਸਾਰੀਆਂ, ਉਹਦਾ ਵੀ ਕਾਰਨ ਹੈ। ਕੋਈ ਕੇਸ ਲੱਗਿਆ ਹੈ, ਕੇਸ ਦੇ ਵਿੱਚ ਵਰਸ਼ਨ ਨੇ, ਉਹ ਤਾਂ ਰਾਈਟਰ ਨੇ ਤਾਂ ਉਹੀ ਲਿਖਣੇ ਜਿਹੜੇ ਪਿੱਛੋਂ ਆਏ ਨੇ। ਪੁਰਾਣੀ ਗੱਲ ਹੈ, ਉਹ ਜੋ ਆਏ ਨੇ ਲਿਖ ਦਿੱਤੇ, ਕਿਸੇ ਦੇ ਬਿਆਨ ਹੈ, ਤਾਂ ਬਿਆਨ ਨੇ ਕਿਸੇ ਦੇ, ਨਾ ਜੱਜ ਦਾ ਉਹਦੇ ਨਾਲ ਕੋਈ ਮਤਲਬ ਹੈ, ਨਾ ਲਿਖਣ ਵਾਲੇ ਦਾ ਕੋਈ ਮਤਲਬ ਉਹਦੇ ਨਾਲ, ਜਿਹੜਾ ਹੋਈ ਹੈ, ਨਾ ਪਬਲਿਕ ਦਾ ਮਤਲਬ ਹੈ ਸੁਣਨ ਵਾਲੀ ਦਾ। ਤੇ ਜਿਹੜਾ ਹੈ ਕੋਈ ਚੱਲ ਰਹੀ ਹੈ, ਕੋਈ ਪੁਰਾਣੀ ਹਿਸਟਰੀ ਦੀ ਗੱਲ ਹੈ, ਹਿਸਟਰੀ ਜੋ ਗੱਲ ਹੈ, ਹਿਸਟਰੀ ਦਾ ਹਿਸਟੋਰੀਕਲ ਗੱਲ ਹੈ। ਸਾਰਾ ਜਿਹੜਾ ਉਹ ਹੈਗੇ ਨੇ ਚਰਿੱਤਰ, ਤਾਂ ਹਿਸਟੋਰੀਕਲ ਗੱਲ ਹੈ ਸਾਰੀ। ਹਿਸਟਰੀ ਜੋ ਲਿਖਿਆ ਹੋਇਆ ਪਿੱਛੇ ਸੀਗਾ ਤਾਂ ਲਿਖ ਦਿੱਤਾ। ਹੁਣ ਹਿਸਟਰੀ ਨੂੰ ਇਹਦਾ ਤੋੜ ਮਰੋੜ ਕੇ ਜਾਣ ਕੇ ਲਿਖਦੇ। ਔਰ ਉਹਦੇ ਬਿਨਾਂ ਰਾਜਾ ਦਾ ਸਰਦਾ ਵੀ ਨਹੀਂ ਸੀ, ਸਾਰਾ ਕੁਝ ਕਹਿ ਕੇ ਦੇਖ ਲਿਆ ਰਾਜੇ ਨੂੰ। ਉੱਥੇ ਜਾ ਕੇ ਰਾਜੇ ਦਾ ਜਿਹੜਾ ਸੀ ਨਾ, ਐਸਾ ਤੀਰ ਵੱਜਿਆ, ਉੱਥੇ ਜਾ ਕੇ ਰਾਜੇ ਨੂੰ ਤੀਰ ਵੱਜਿਆ, ਜਾਗਿਆ, ਜਗਾ ਰਹੇ ਸੀ ਰਾਜੇ ਨੂੰ। ਉਹ ਮੰਤਰੀ ਜਗਾ ਰਿਹਾ ਵੀ ਜਾਗ, ਤੂੰ ਅਪਰਾਧ ਕਰ ਰਿਹਾ ਹੈ, ਤੇ ਤੋਂ ਬਹੁਤ ਬੜਾ ਅਨਰਥ ਹੋ ਰਿਹਾ ਹੈ। ਗੁਰਬਾਣੀ ਵੀ ਜਗਾ ਰਹੀ ਹੈ ਸਾਨੂੰ, ਜਗਾ ਨਹੀਂ ਰਹੀ ਗੁਰਬਾਣੀ, ਜਗਾ ਰਹੀ। ਉੱਥੇ ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ, ਤਾਂ ਜਗਾ ਰਹੀ ਹੈ। ਉੱਥੇ ਰਾਜੇ ਦਾ ਆਪਣਾ ਚਲੋ ਮੁੰਡਾ ਹੈ, ਨੁਕਸਾਨ ਤਾਂ ਹੀ ਹੈ। ਉੱਥੇ ਵਜ਼ੀਰ ਦਾ ਨਾਲ ਇੰਟਰਸਟ ਹੈ, ਕਿਉਂਕਿ ਹਰ ਆਦਮੀ ਜਿਹੜਾ ਇਨਸਾਫ ਔਰ ਬੇਇਨਸਾਫ ਹੋਣਾ ਜ਼ਿੰਮੇਵਾਰੀ ਵਜ਼ੀਰ ਦੀ।
ਜੇ ਬੇਇਨਸਾਫ ਦਾ ਬਾਅਦ 'ਚ ਪਤਾ ਲੱਗ ਜਾਵੇ ਤਾਂ ਵਜ਼ੀਰ ਜ਼ਿੰਮੇਵਾਰ। ਜਿਵੇਂ ਸਰਕਾਰੀ ਵਕੀਲ ਨੂੰ ਅਸੀਂ ਕਹਿੰਦੇ ਜ਼ਿੰਮੇਵਾਰ, ਜੇ ਮੁਕੱਦਮਾ ਕੋਈ ਹਾਰ ਗਿਆ, ਅਪਰਾਧੀ ਸੀ ਛੁੱਟ ਗਿਆ, ਸਰਕਾਰੀ ਵਕੀਲ ਦੀ ਜ਼ਿੰਮੇਵਾਰੀ ਹੈ, ਨਾ ਕਿ ਜੱਜ ਦੀ ਜ਼ਿੰਮੇਵਾਰੀ ਹੈ। ਜੱਜ ਦੀ ਕੋਈ ਜ਼ਿੰਮੇਵਾਰੀ ਨਹੀਂ, ਜੱਜ ਉਹ ਤਾਂ ਤੱਕੜੀ ਹੈ। ਸਰਕਾਰੀ ਵਕੀਲ ਨੇ ਠੀਕ ਕੇਸ ਨਹੀਂ ਲੜਿਆ, ਉਹਦਾ ਵਜ਼ੀਰ ਹੈ, ਸਰਕਾਰੀ ਵਕੀਲ ਹੈ, ਉਹ ਮੁੰਡੇ ਨੂੰ ਬਚਾਉਣਾ ਚਾਹੁੰਦਾ। ਜ਼ਰੂਰੀ ਗੱਲ ਹੈ ਉਹ ਔਰਤ ਦੇ ਖਿਲਾਫ ਬਿਆਨ ਦਊ, ਔਰਤ ਦੇ ਖਿਲਾਫ ਬਿਆਨ ਦੇ ਰਿਹਾ, ਵੱਧ ਤੋਂ ਵੱਧ ਜਿੰਨੇ ਉਹਨੂੰ ਮਿਲ ਰਹੇ ਨੇ। ਸਿੱਧਾ ਤਾਂ ਉਹਨੂੰ ਕਹਿ ਨਹੀਂ ਰਿਹਾ ਰਾਜੇ ਨੂੰ, ਲੇਕਿਨ ਅਸਿੱਧੇ ਤੌਰ ਤੇ ਉਹਨੂੰ ਜਗਾ ਰਿਹਾ, ਜਗਾਤਾ ਛਡਾਤਾ। ਤੁਸੀਂ ਦੇਖੋ ਨਾ ਵੀ ਉਹਦੇ ਕੋਲ ਮਸਲਾ ਕੀ ਹੈ, ਕਿੱਥੇ ਖੜੇ ਨੇ, ਕੀ ਗੱਲ ਹੈ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਕੀ ਗੱਲ ਹੈ ਕੀ ਨਹੀਂ। ਉਹ ਹਿਸਟਰੀ ਦੇ ਕੇ ਵੀ ਗੁਰੂ ਸਾਹਿਬ ਗੁਰਸਿੱਖਾਂ ਨੂੰ ਮੰਨ ਕੇ ਕੀ ਮੰਨ ਕੇ ਗਿਆਨ, ਉਹਦੇ ਚੋਂ ਸਾਨੂੰ ਕੀ ਲੱਭ ਸਕਦਾ? ਸਾਡੇ ਉਸ ਸੇਧ ਹੋਊ ਜਿਹੜੀ ਗੁਰਬਾਣੀ 'ਚ ਰਚੀ ਗਈ। ਇਹੀ ਲੋਕ ਨੇ ਅੱਜ ਜਿਹੜੇ ਔਰਤਾਂ ਰਾਜ ਨੂੰ ਬਰਾਬਰ ਸਮਝਦੇ ਨੇ, ਤਾਂ ਇਹਨਾਂ ਨੂੰ ਬੁਰੀ ਲੱਗਦੀ ਹੈ। ਬਿਮਾਰੀ ਤਾਂ ਹੈ ਜੋ ਗੁਰਮਤਿ ਤੋਂ ਖਿਲਾਫ ਖੜੇ ਨੇ, ਇਹ ਸਾਰੇ ਹੀ ਜਿਹੜੇ ਬਰਾਬਰ ਸਮਝਣ ਵਾਲੇ ਨੇ। ਉਹਨਾਂ ਕਹਿੰਦੇ ਜੇ ਮੰਨ ਲੈਣੇ ਬਰਾਬਰ ਤਾਂ ਹੈ ਨਹੀਂ, ਫਿਰ ਵਿੱਚੋਂ ਸੂਲ ਹੋਰ ਗੱਲ ਦਾ ਤੈਨੂੰ ਨਹੀਂ ਪਤਾ, ਮੈਨੂੰ ਪਤਾ। ਜੇ ਤ੍ਰਿਆ ਚਰਿੱਤਰ ਮੰਨ ਲੈਂਦੇ ਨੇ ਫਿਰ ਤਾਂ ਢਿੱਡਵੀੜ ਹੋ ਜੂ ਇਹਨਾਂ ਦੇ, ਫਿਰ ਤਾਂ ਉਦੋਂ ਪਰੇ ਹਾਰਦੇ ਨੇ, ਉੱਤੋਂ ਖਤਮ ਹੁੰਦੇ ਨੇ। ਪਰ ਉਹਨੂੰ ਕਿੱਥੇ, ਇਹਨੂੰ ਕੀ ਕਰਨਗੇ ਜਿਹੜਾ ਹੁਣ ਆ ਰਿਹਾ, ਇਹ ਜਿਹੜਾ ਹੁਣ ਪਰ ਸਹੀ ਸੇਧ ਦੀ ਗੱਲ ਆ ਰਹੀ ਹੈ, ਗੁਰਬਾਣੀ ਕੀ ਕਹਿੰਦੀ ਹੈ, ਇਹਦੇ ਵਾਸਤੇ ਕੀ ਹੈ ਉਹਨਾਂ ਕੋਲ, ਇਹਦੀ ਲੋੜ ਹੈ। ਜਿਹੜਾ ਇਹ ਦੱਸੂ ਉਹ ਗੱਲ ਸਾਰੀ ਉਹਨਾਂ ਨੇ ਉਹਦੀ ਮੰਨ ਲੈਣੀ, ਪਿੱਛੇ ਕਹਾਂ ਵਾਲੀ ਗੱਲ ਸਾਰੀ ਉਹਦੀ ਬਣੀ ਜਾਣੀ ਹੈ। ਜਿਹੜਾ ਆਹ ਮਸਲਾ ਹੱਲ ਕਰ ਦੂ, ਜਿਹੜਾ ਅੜਿਆ ਹੋਇਆ ਮਸਲਾ ਹੈ, ਅੜਿਆ ਹੋਇਆ ਮਸਲਾ ਤਾਂ ਗੁਰਮਤਿ ਕੀ ਕਹਿੰਦੀ ਹੈ? ਇੱਕ ਇਤਿਹਾਸ ਵਿੱਚ ਕੱਚੀ ਪੱਕੀ ਬਾਣੀ ਕੀ ਹੁੰਦੀ ਹੈ? ਦੋ। ਉਹ ਜਿਹੜੇ ਪਾਠਾਂਤਰ ਨੇ ਉਹਨਾਂ ਦਾ ਹੱਲ ਕੀ ਹੈ? ਤਿੰਨ। ਇਤਿਹਾਸਕ ਜਿਹੜੇ ਜੁੜੇ ਹੋਏ ਨੇ, ਝੂਠੀਆਂ ਕਹਾਣੀਆਂ ਜੋੜ ਕੇ ਲਿਖੋ ਲਾਇਆ, ਕਿਉਂ ਲਾਇਆ, ਪਿੱਛੇ ਕੀ ਸੀ, ਇਹ 3-4-5 ਗੱਲਾਂ ਜਿਹੜੀਆਂ ਹੱਲ ਕਰੂਗਾ ਸਾਰੀਆਂ ਸਮੁੱਚੀਆਂ, ਇਹ ਸਿੱਧੇ ਰਾਹ ਤੇ ਫਿਰ ਆਊਗੀ। ਗੁਰਮਤਿ ਨਰੋਰ ਨਿਖਰ ਕੇ ਸਾਹਮਣੇ ਆਊ ਗੱਲ। ਜਿਹੜਾ ਇਹ ਕਲੀਅਰ ਕਰੂਗਾ ਉਹਦੀ ਉਹ ਗੱਲ ਬਣੀ ਜਿਹੜੀ ਕਿਸੇ ਨੇ ਪੁੱਛਣਾ ਹੀ ਨਹੀਂ। ਹੁਣ ਤੇ ਇਹੋ ਜਿਹਾ ਕੋਈ ਬੰਦਾ ਥਾ ਨਹੀਂ, ਸਾਰੇ ਇੱਕੋ ਜਿਹੀ ਸੀ, ਵਿਦਵਾਨ ਸੀ, ਜਾਬਾਂ ਦਾ ਭੇੜ ਕਰਦੇ ਤੇ ਕਰੀ ਗਏ, ਲੋਕ ਸੁਣੀ ਗਏ। ਜਾਬਾਂ ਦਾ ਭੇੜ ਸੀ, ਹੋਰ ਕੀ ਸੀ? ਲੋਕਾਂ ਨੇ ਕਿਹੜਾ ਨਿਰਣ ਵਾਲੇ ਉਹ ਵੀ ਦੇਖਦੇ ਸੀ ਵੀ ਕੀ ਦੇਖਦੇ ਸੀ ਵੀ ਠੀਕ ਗੱਲ ਕਿਹਦੀ ਹੈ, ਵੀ ਸਿੱਟਾ ਕੀ ਨਿਕਲਦਾ। ਲੋਕਾਂ ਦੀ ਅਦਾਲਤ ਹੈ, ਕੋਈ ਫੈਸਲਾ ਨਹੀਂ ਹੋਇਆ, ਫੈਸਲਾ ਹੋ ਜੂਗਾ, ਆਪੇ ਚੁੱਪ ਕਰ ਜਾਣਗੇ। ਪੰਡਤ ਚੁੱਪ ਨਹੀਂ ਸੀ ਕਰ ਗਿਆ, ਭਗਤਾਂ ਨੇ ਚੁੱਪ ਨਹੀਂ ਕਰਾਇਆ ਪੰਡਤ ਨੂੰ। ਪਬਲਿਕ ਦਾ ਇੱਕ ਅਦਾਲਤ ਹੈ, ਲੋਕ ਅਦਾਲਤ ਹੈ, ਸੱਚ ਕੀ ਹੈ ਝੂਠ ਕੀ ਹੈ, ਇਹ ਤਾਂ ਉਹਦੇ ਵਿੱਚ ਵੱਸਦਾ ਹੈ। ਉਹ ਫੈਸਲਾ ਤਾਂ ਵਿੱਚ ਸੰਗਤ ਹਰ ਪ੍ਰਭ ਲੋਕਾਂ ਨੇ ਠੀਕ ਕਰ ਗਲਤ ਦਾ ਫੈਸਲਾ ਕਰਨਾ, ਆਹ ਗੱਲ ਠੀਕ ਆ ਗਲਤ, ਬਸ। ਉਹਨੇ ਬੰਦੇ ਖੜੇ ਰਹਿਣਗੇ ਇਹਨਾਂ ਨਾਲ ਜਿਹੜੇ ਖਾਸ ਇਹਨਾਂ ਦੇ ਹੋਣਗੇ, ਜਿਨ੍ਹਾਂ ਨੇ ਉਹ ਮਤਲਬ ਹੈ ਵੀ ਪ੍ਰੈਸਟੀਜ ਇਸ਼ੂ ਬਣਾ ਲਿਆ, ਖੜੇ ਰਹਿਣ ਕੀ ਫਰਕ ਪੈਂਦਾ? ਰਾਮ ਨਾਲ ਵੀ ਖੜੇ ਸੀ, ਕਿੱਥੇ ਗਿਆ ਰਾਮ ਰਾਜ ਜੀ? ਹੁਣ ਪੁੱਛਦਾ ਕੋਈ ਕਹਿੰਦੇ ਸਾਨੂੰ ਨਾਲ ਲਾ ਲਓ, ਪੁੱਛਦੇ ਹੀ ਨਹੀਂ ਅਗਲੇ, ਕਹਿੰਦੇ ਨਾ ਤੂੰ ਇਕੱਲਾ ਹੀ ਰਹਿ। ਰਾਮ ਰਾਏ ਨੇ ਐਡਾ ਬੜਾ ਉਹਨਾਂ ਰਿਆਸਤ ਬਣਾ ਕੇ ਦਿੱਤੀ ਰਾਮ ਰਾਏ ਦੀ, ਕੋਈ ਪੁੱਛਦਾ ਹੈ? ਨਾਮਧਾਰੀ ਹਾਕੀ ਦੀ ਟੀਮ ਹੈ ਹੁਣ ਬਣਾਈ, ਇਹ ਹਸਪਤਾਲ ਬਣਾ ਲਿਆ। ਪ੍ਰਚਾਰ ਆ ਦੱਸੇ ਜੇ ਸਤਿਗੁਰੂ ਹੈ ਉਹ ਜਿਹੜਾ ਮਸਲੇ ਨੇ ਹੱਲ ਕਰੇ, ਹੱਲ ਕੌਣ ਕਰੂਗਾ? ਗੱਲ ਤਾਂ ਆ ਕਰਨ ਵਾਲੀ ਦਾ ਗੱਲ ਹੈ, ਇਹ ਕਰੇ। ਸਾਨੂੰ ਕੋਈ ਇਤਰਾਜ਼ ਹੈ ਸਤਿਗੁਰੂ ਬਣਨ ਤੇ ਕਿਸੇ ਨੂੰ, ਅਸੀਂ ਮੰਨ ਲਾਂਗੇ, ਚੱਲ ਅਸੀਂ ਵੀ ਮੰਨ ਲਾਂਗੇ, ਕੀ ਫਰਕ ਪੈਂਦਾ? ਕਰੇ ਤਾਂ ਸਹੀ ਕੁਛ, ਕਰਨ ਨੂੰ ਕੁਛ ਨਹੀਂ ਹੈ। ਹਸਪਤਾਲ ਅਸੀਂ ਖੋਲ੍ਹਤਾ, ਹਸਪਤਾਲ ਤਾਂ ਹੁਣ ਬਿਰਲੇ ਨੇ ਬਥੇਰੇ ਖੋਲ੍ਹੇ ਨੇ, ਹਸਪਤਾਲਾਂ ਦਾ ਕੀ ਹੈ? ਇਹ ਤਾਂ ਪੈਸੇ ਨੇ ਖੋਲ੍ਹੇ ਨੇ, ਤਾਂ ਮਾਇਆ ਗੱਲ ਤਾਂ ਸੰਸਾਰੀ ਹੋ ਗਈ ਨਾ, ਫਿਰ ਵੀ ਉਹ ਛੱਡਦੇ ਤਾਂ ਸੰਸਾਰੀ ਗੱਲ ਹੈ ਫਿਰ ਇਹ, ਉਹਦੇ 'ਚ ਕੀ ਹੈ?
ਬਿੱਲਾ ਵੀ ਸਤਿਗੁਰੂ। ਪੈਸੇ ਦੀ ਗੱਲ ਹੈ, ਪੈਸਾ ਤਾਂ ਦੂਏ ਮੇਰਾ ਕੋਲ ਬਥੇਰਾ ਪਿਆ।